ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੁੱਦਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। 2024 ਦੇ ਵਿੱਚ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਭਾਰਤ ਦੇ ਵਿੱਚ ਤੇ ਇਹ ਆਖਰੀ ਬਜਟ ਇਸ ਵਕਤ ਸਰਕਾਰ ਨੇ ਦਿੱਤਾ ਹੈ, ਕਿਉਂਕਿ ਜੋ ਫਾਈਨਲ ਬਜਟ ਆਏਗਾ ਉਹ ਇਲੈਕਸ਼ਨਸ ਤੋਂ ਬਾਅਦ ਜੋ ਰਿਜ਼ਲਟ ਆਏਗਾ, ਰਿਜ਼ਲਟ ਦੇ ਆਧਾਰ ਦੇ ਉੱਤੇ ਜਿਹੜੀ ਪਾਰਟੀ ਆਪਣੀ ਗਵਰਨਮੈਂਟ ਬਣਾਏਗੀ ਉਹਨਾਂ ਵੱਲੋਂ ਫਾਈਨਲ ਬਜਟ ਆਏਗਾ। ਫਿਲਹਾਲ ਇੰਟਰਿਮ ਬਜਟ ਆ ਚੁੱਕਾ ਹੈ 1 ਫਰਵਰੀ ਨੂੰ। ਸੋ ਇਸ ਬਜਟ ਦੇ ਵਿੱਚ ਕੀ ਕੁਝ ਅਜਿਹਾ ਰੱਖਿਆ ਹੈ ਜੋ 2024 ਦੀਆਂ ਇਲੈਕਸ਼ਨਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕਰ ਸਕਦਾ ਹੈ, ਜਾਂ ਫਿਰ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਬਜਟ ਦੀ ਸਪੋਰਟ ਸਾਨੂੰ ਚਾਹੀਦੀ ਹੈ, ਕਿਉਂਕਿ ਬਾਕੀ ਅਸੀਂ ਸਾਰੀਆਂ ਸਪੋਰਟਸ ਲੈ ਕੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰ ਲਿਆ ਕਿ ਸਾਨੂੰ ਬਜਟ ਦੀ ਸਪੋਰਟ ਨਹੀਂ ਚਾਹੀਦੀ। ਪਰ ਫਿਰ ਵੀ ਇਹ ਬਜਟ ਕੀ ਹੈ, ਕਿਉਂਕਿ ਇੱਕ ਤਰ੍ਹਾਂ ਨਾਲ ਇਹ ਫਾਈਨਲ ਬਜਟ ਦੇ ਵੱਲ ਹੀ ਇਸ਼ਾਰਾ ਹੁੰਦਾ ਹੈ। ਔਰ ਜਿਸ ਤਰ੍ਹਾਂ ਕਿ ਰੂਲਿੰਗ ਪਾਰਟੀ ਇਸ ਵਕਤ ਜਿਸ ਦੀ ਕੇਂਦਰ ਵਿੱਚ ਸਰਕਾਰ ਹੈ, ਉਹਨਾਂ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ 2024 ਦੀਆਂ ਇਲੈਕਸ਼ਨਸ ਦੇ ਵਿੱਚ ਅਸੀਂ ਹੀ ਜਿੱਤਣਾ ਹੈ, ਅਸੀਂ ਹੀ ਸਰਕਾਰ ਬਣਾਉਣੀ ਹੈ ਤੇ ਅਸੀਂ ਹੀ ਫਾਈਨਲ ਬਜਟ ਦੇਣਾ ਹੈ। ਇਸ ਕਰਕੇ ਇਹ ਜਿਹੜਾ ਇੰਟਰਿਮ ਬਜਟ ਹੈ ਇਹ ਸ਼ੁਰੂਆਤ ਹੈ ਉਸ ਫਾਈਨਲ ਬਜਟ ਦੇ ਵੱਲ। ਖੈਰ, ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਨਤੀਜੇ ਕੀ ਆਉਣੇ ਨੇ ਇਹ ਤਾਂ ਲੋਕਾਂ ਦੇ ਹੱਥ ਵਿੱਚ ਹੁੰਦਾ, ਪਰ ਫਿਰ ਵੀ ਇੱਕ ਕੌਨਫੀਡੈਂਸ ਹੈ ਰੂਲਿੰਗ ਪਾਰਟੀ ਨੂੰ, ਭਾਰਤੀ ਜਨਤਾ ਪਾਰਟੀ ਨੂੰ। ਦੇਖੋ ਇਹ ਕੌਨਫੀਡੈਂਸ ਕਿੱਥੇ ਤੱਕ ਉਹਨਾਂ ਦਾ ਸਾਥ ਦਿੰਦਾ ਹੈ। ਪਰ ਫਿਲਹਾਲ ਮੇਰੇ ਨਾਲ ਸਾਥ ਦੇਣਗੇ ਡਾਕਟਰ ਰਾਜੀਵ ਖੋਸਲਾ, ਸਟੂਡੀਓਜ਼ ਦੇ ਵਿੱਚ ਜਾਣੇ ਮਾਣੇ ਇਕੋਨੋਮਿਸਟ, ਤੁਸੀਂ ਸਾਰੇ ਜਾਣਦੇ ਹੋ। ਉਹਨਾਂ ਦਾ ਵੈਲਕਮ ਕਰਕੇ ਆਪਾਂ ਸਟਾਰਟ ਕਰਦੇ ਹਾਂ ਇੰਟਰਿਮ ਬਜਟ ਦੇ ਉੱਤੇ ਚਰਚਾ। ਵੈਲਕਮ ਟੂ ਮੁੱਦਾ ਰਾਜੀਵ ਜੀ। ਥੈਂਕ ਯੂ ਜੀ ਖੰਨਾ ਸਾਹਿਬ, ਬਹੁਤ ਬਹੁਤ। ਰਾਜੀਵ ਜੀ, ਕਿਹੜੇ ਫੈਕਟਰਸ, ਕਿਉਂਕਿ ਫੈਕਟਰਸ ਜਾਣਨੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਇਹ ਬਜਟ ਪੇਸ਼ ਕੀਤਾ ਗਿਆ ਹੈ। ਸੋ ਕਿੰਨਾ ਫੈਕਟਰਸ ਨੂੰ ਕੰਸੀਡਰ ਕੀਤਾ ਹੈ ਗਵਰਨਮੈਂਟ ਨੇ ਇਸ ਬਜਟ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ? ਰਾਜੀਵ ਦੇਖੋ ਜੀ, ਜਦੋਂ ਵੀ ਕੋਈ ਵੀ ਵਿੱਤ ਮੰਤਰੀ ਹੋਣ, ਉਹ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੇ ਕਾਰਕ ਨੇ, ਫੈਕਟਰਸ ਨੇ, ਉਹਨਾਂ ਨੂੰ ਵੀ ਅਕਾਊਂਟ ਦੇ ਵਿੱਚ ਲੈਂਦੇ ਨੇ, ਐਂਡ ਜਿਹੜੇ ਘਰੇਲੂ ਕਾਰਕ ਨੇ ਉਹਨਾਂ ਨੂੰ ਵੀ ਅਕਾਊਂਟ ਫੋਰ ਕਰਦੇ ਨੇ ਜਦੋਂ ਬਜਟ ਬਣਾਇਆ ਜਾਂਦਾ। ਐਤਕੀ ਦੇ ਜਿਹੜੇ, ਜੇ ਆਪਾਂ, ਵੈਸੇ ਤਾਂ ਸਭ ਨੂੰ ਪਤਾ ਹੀ ਹੈ, ਪਰ ਫਿਰ ਵੀ ਇੱਕ ਵਾਰੀ ਜੇ ਆਪਾਂ ਉਹਨਾਂ ਤੇ ਝਾਤ ਮਾਰਦੇ ਹਾਂ ਕਿ ਕਿਹੜੇ ਫੈਕਟਰਸ ਨੇ ਕੌਮਾਂਤਰੀ ਪੱਧਰ ਤੇ, ਜਿਹੜੇ ਫੈਕਟਰਸ ਨੇ ਜਿਹੜੇ ਇਸ ਬਜਟ ਨੂੰ ਡਾਇਰੈਕਟਲੀ ਇਫੈਕਟ ਕਰ ਰਹੇ ਨੇ, ਉਹਨਾਂ ਵਿੱਚ ਸ਼ਾਮਲ ਹੈ। ਪਹਿਲਾ ਜਿਹੜਾ ਫੈਕਟਰ ਹੈ ਉਹ ਹੈਗਾ ਰੂਸ ਤੇ ਯੂਕਰੇਨ ਦੀ ਜਿਹੜੀ ਜੰਗ ਚੱਲ ਰਹੀ ਹੈ। ਉਹਦੇ ਨਾਲ ਹੀ ਐਤਕੀ ਜਿਹੜੀ ਨਵੀਂ ਜੰਗ ਲੱਗ ਗਈ ਹੈ ਪਿਛਲੇ ਸਾਲ ਤੋਂ, ਜਿਹੜੀ ਇਜ਼ਰਾਈਲ ਔਰ ਹਮਾਸ ਦੇ ਵਿੱਚ ਜਿਹੜਾ ਅਟੈਕਸ ਹੋ ਰਹੇ ਨੇ, ਇਹਨੂੰ ਕੁਝ ਲੋਕ ਤਾਂ ਕਨਫਲਿਕਟ ਕਹਿ ਰਹੇ, ਕੁਝ ਇਹਨੂੰ ਜੰਗ ਕਹਿ ਰਹੇ, ਕਿਉਂਕਿ ਇਹਦੇ 'ਚ ਕੋਈ ਸਟੇਟਸ ਜਿਹੜੀਆਂ ਨੇ ਡਾਇਰੈਕਟਲੀ, ਦੂਜੇ ਪਾਸੇ, ਇੱਕ ਪਾਸੇ ਤਾਂ ਇਜ਼ਰਾਈਲ ਹੈ ਪਰ ਦੂਸਰੇ ਪਾਸੇ ਕੋਈ ਸਟੇਟ ਇਨਵੋਲਵਡ ਨਹੀਂ ਹੈਗੀ ਡਾਇਰੈਕਟਲੀ, ਤਾਂ ਇਸ ਕਰਕੇ ਇਹ ਕਨਫਲਿਕਟ ਦੂਸਰਾ ਫੈਕਟਰ ਸੀਗਾ, ਦੂਸਰਾ ਕਾਰਕ ਬਣਦਾ। ਤੀਸਰਾ ਕਾਰਕ ਜਿਹੜਾ ਬਣਦਾ ਉਹ ਹੈ ਇਹਨਾਂ ਸਿਆਸੀ ਕਾਰਕਾਂ ਤੋਂ ਪਰੇ ਜਿਹੜਾ ਆਰਥਿਕ ਕਾਰਕ ਬਣਦਾ, ਉਹ ਹੈਗਾ ਹੈ ਜੀ ਜਿਹੜੇ ਸਾਡੇ ਐਕਸਪੋਰਟਸ ਨੇ ਉਹ ਘਟੇ ਹੋਏ ਨੇ। ਹਿੰਦੁਸਤਾਨ ਵੱਲੋਂ ਜਿਹੜੇ ਐਕਸਪੋਰਟਸ ਨੇ ਜੋ ਅਸੀਂ ਬਾਹਰਲੇ ਮੁਲਕਾਂ ਨੂੰ ਭੇਜ ਰਹੇ ਹਾਂ ਉਹ ਘਟਿਆ ਹੋਇਆ। ਇਹਦਾ ਭਾਰ ਜਿਹੜਾ ਸੀ ਹਿੰਦੁਸਤਾਨ ਦੀ ਫੋਰਨ ਐਕਸਚੇਂਜ ਦੇ ਉੱਪਰ ਹੈ। ਇਹ ਥਰਡ ਫੈਕਟਰ ਸੀਗਾ। ਔਰ ਚੌਥਾ ਫੈਕਟਰ ਜਿਹੜਾ ਹੈ ਉਹ ਫਿਰ ਇੱਕ ਅੰਤਰਰਾਸ਼ਟਰੀ ਫੈਕਟਰ ਹੈ, ਉਹ ਹੈ ਕਿ IMF, ਵਰਲਡ ਬੈਂਕ, ਯੂਨਾਈਟਿਡ ਨੇਸ਼ਨਸ, ਇਹ ਜਿਹੜੇ ਵੱਡੇ ਇੰਸਟੀਟਿਊਸ਼ਨਸ ਨੇ, ਇਹਨਾਂ ਨੇ ਇਹ ਖਦਸ਼ਾ ਜ਼ਾਹਰ ਕੀਤਾ ਹੈ, ਇੱਕ ਸ਼ੱਕ ਜ਼ਾਹਰ ਕੀਤਾ ਹੈ ਕਿ 2024 ਦੇ ਵਿੱਚ ਇੱਕ ਮੰਦੀ ਵੱਲ ਨੂੰ ਸਾਰੇ ਮੁਲਕ ਜਿਹੜੇ ਨੇ ਉਹ ਧੱਕੇ ਜਾਣਗੇ। ਇੱਕ ਮੰਦੀ ਸਾਡੇ ਸਾਹਮਣੇ ਖੜੀ ਹੈ। ਸੋ ਇਹ ਚਾਰ ਫੈਕਟਰਾਂ ਦੀ ਰੋਸ਼ਨੀ ਦੇ ਵਿੱਚ ਜਿਹੜੇ ਕੌਮਾਂਤਰੀ ਪੱਧਰ ਤੇ ਫੈਕਟਰਸ ਨੇ ਇਹ ਬਜਟ ਨੂੰ ਅਫੈਕਟ ਕਰ ਰਹੇ ਸੀ। ਇਹ ਬਜਟ ਬਣਿਆ। ਜਦੋਂ ਅਸੀਂ ਘਰੇਲੂ ਕਾਰਕਾਂ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈਗਾ ਜੀ ਰਾਜੀਵ ਜੀ, ਇੱਥੇ ਮੈਂ ਇੱਕ ਪੁਆਇੰਟ ਦੇਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ 2 ਵਾਰਸ ਦੀ ਗੱਲ ਕੀਤੀ ਹੈ, ਤਾਈਵਾਨ ਦਾ ਮਸਲਾ ਵੀ ਥੋੜ੍ਹਾ ਭਖਦਾ ਹੋਇਆ ਲੱਗਦਾ ਪਿਆ ਹੈ। ਔਰ ਪਿਛਲੇ ਕੁਝ ਹਫ਼ਤੇ ਪਹਿਲਾਂ ਨਾਟੋ ਵੱਲੋਂ ਵੀ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸੀ ਕਿ ਵੱਖ-ਵੱਖ ਦੁਨੀਆ ਦੇ ਹਿੱਸਿਆਂ ਦੇ ਵਿੱਚ ਆਪਣੀ ਆਰਮੀਜ਼ ਨੂੰ ਡਿਪਲੋਏ ਕਰਦੇ ਪਏ ਨੇ ਇੱਕ ਮਿਲਟਰੀ ਐਕਸਰਸਾਈਜ਼ ਵਾਸਤੇ। ਔਰ ਮਿਲਟਰੀ ਐਕਸਪਰਟਸ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਕੁਝ ਹੋਰ ਸੁਲਗਦਾ ਪਿਆ ਜੋ ਹਜੇ ਸਾਹਮਣੇ ਨਹੀਂ ਆਇਆ। ਇਹ ਵੋਲਕੈਨੋ ਇੱਕ ਦਿਨ ਫਟਣਾ ਹੈ ਔਰ ਕਿਤੇ ਨਾ ਕਿਤੇ ਹੋਰ ਯੁੱਧ ਛਿੜਨੇ ਨੇ। ਔਰ ਤੁਸੀਂ ਕਿਹਾ ਹੈ ਇਸ਼ਾਰਾ ਹੈ 2024 ਦੇ ਵਿੱਚ ਮੰਦੀ ਦਾ ਵੀ ਹੋ ਸਕਦਾ ਹੈ ਕਿ ਕੁਝ ਹੋਰ ਕਿਤੇ ਵਾਰਡਸ, ਕਿਤੇ ਹੌਟ ਸਪੌਟਸ ਹੋਰ ਕਿਤੇ ਖੁੱਲ੍ਹ ਜਾਣ ਔਰ ਉਹਦਾ ਵੀ ਅਸਰ ਪਵੇ। ਸੋ ਇਹ ਹੈਗੇ ਨੇ ਇੰਟਰਨੈਸ਼ਨਲ
ਫੈਕਟਰਸ ਜਿਨ੍ਹਾਂ ਬਾਰੇ ਤੁਸੀਂ ਗੱਲ ਕੀਤੀ ਹੈ। ਹੁਣ ਨੈਸ਼ਨਲ ਫੈਕਟਰਸ ਬਾਰੇ ਆਪਾਂ ਗੱਲ ਕਰਾਂਗੇ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ 2024 ਦੀਆਂ ਇਲੈਕਸ਼ਨਸ ਨੇ, ਇੱਕ ਤਾਂ ਉਹ ਫੈਕਟਰ ਹੈ, ਔਰ ਬਾਕੀ ਜੋ ਤਮਾਮ ਸਾਰਾ ਮਾਹੌਲ ਬਣਿਆ ਹੋਇਆ ਹੈ ਇਲੈਕਸ਼ਨਸ ਨੂੰ ਵੇਖਦੇ ਹੋਏ, ਜਾਂ ਇਲੈਕਸ਼ਨਸ ਦੀ ਬਿਲਕੁਲ ਸਪੋਰਟ ਨਹੀਂ ਲਿੱਤੀ ਜਾ ਰਹੀ ਇਸ ਬਜਟ ਦੇ ਰਾਹੀਂ, ਇਹ ਸਾਰੀਆਂ ਜੋ ਫੈਕਟਰਸ ਦੀਆਂ ਗਤੀਵਿਧੀਆਂ ਨੇ, ਇਸ ਬਾਰੇ ਤੁਹਾਡਾ ਕੀ ਐਨਾਲਿਸਿਸ ਆ ਰਾਜੀਵ? ਜਿਹੜਾ ਤੁਸੀਂ ਫੈਕਟਰ ਇੱਕ ਕਾਰਕ ਦੇ ਬਾਰੇ ਗੱਲ ਕੀਤੀ ਹੈ, ਬਿਲਕੁਲ ਠੀਕ ਹੈ ਕਿ ਪਹਿਲਾ ਫੈਕਟਰ ਜਿਹੜਾ ਹੈ ਉਹ ਹੈ ਚੋਣਾਂ, ਜਿਹੜੀਆਂ ਕੇਂਦਰ ਸਰਕਾਰ ਦੇ ਵਿੱਚ ਜਿਹੜੀ ਚੁਣਨ ਦੇ ਲਈ ਜਿਹੜੀਆਂ ਚੋਣਾਂ ਸਾਹਮਣੇ ਆਉਣੀਆਂ। ਇੱਕ ਦੂਜਾ ਫੈਕਟਰ ਜਿਹੜਾ ਇਹਦੇ ਨਾਲ ਹੈ ਉਹ ਬਹੁਤ ਇੰਪੋਰਟੈਂਟ ਫੈਕਟਰ ਹੈ ਖੰਨਾ ਸਾਹਿਬ, ਉਹ ਹੈਗਾ ਐਲ ਨੀਨੋ ਦਾ ਫੈਕਟਰ, ਜਿਹਦੇ ਨਾਲ ਸਾਨੂੰ ਇਦਾਂ ਲੱਗਦਾ ਵੀ ਅਸੀਂ ਉਹਦੇ ਨਾਲ ਜੁੜੇ ਨਹੀਂ, ਅਸੀਂ ਪ੍ਰਭਾਵਿਤ ਨਹੀਂ ਹੁੰਦੇ। ਸਾਨੂੰ ਇਹ ਨਹੀਂ ਪਤਾ, ਅਸੀਂ ਡਾਇਰੈਕਟਲੀ ਉਹਦੇ ਨਾਲ ਪ੍ਰਭਾਵਿਤ ਹੁੰਦੇ ਹਾਂ। ਜਦੋਂ ਐਲ ਨੀਨੋ ਸਾਡੇ ਕੋਲ ਸੌਣੀ ਦੀਆਂ ਫਸਲਾਂ ਖਰਾਬ ਕਰਕੇ ਗਿਆ, ਸਾਡੇ ਕੋਲ ਜਿਹੜੀ ਸੌਣੀ ਦੀ ਜਿਹੜੀ ਪੈਦਾਵਾਰ ਹੈ, ਯੀਲਡ ਜਿਹੜੀ ਹੈ ਉਹ ਘਟੀ ਹੈ, ਮਸਾਲਿਆਂ ਦੇ ਰੇਟ ਸਾਡੇ ਸਾਹਮਣੇ ਨੇ, ਹਲਦੀ ਦੇ, ਮਸਾਲਿਆਂ ਦੇ, ਖੰਡ ਦੇ, ਝੋਨੇ ਦੇ, ਇਹਨਾਂ ਸਾਰੀਆਂ ਚੀਜ਼ਾਂ ਦੇ ਰੇਟ ਜਿਹੜੇ ਆ ਆਮ ਜਨਤਾ ਨੂੰ ਪ੍ਰਭਾਵਿਤ ਕਰਦੇ ਨੇ। ਔਰ ਇਹੀ ਐਲ ਨੀਨੋ ਹੁਣ ਸਾਹਮਣੇ ਖੜਾ, ਕਿਉਂਕਿ ਜਿਹੜੀ ਕਣਕਾਂ ਨੇ ਇਹਨਾਂ ਦੀ ਵੀ ਪੈਦਾਵਾਰ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਘਟ ਨਾ ਜਾਵੇ, ਕਣਕਾਂ ਦੀ ਵੀ, ਔਰ ਜਿਹੜੇ ਰਬੀ ਵਾਲਾ ਚਾਵਲ ਹੈ ਉਹਦੀ ਵੀ ਪੈਦਾਵਾਰ ਘਟ ਸਕਦੀ ਹੈ। ਹਾਲਾਂਕਿ ਸੋਇੰਗ ਠੀਕ ਹੋਈ ਹੈ, ਬੁਆਈ ਠੀਕ ਹੈ, ਬੁਆਈ ਦੇ ਵਿੱਚ ਕੋਈ ਸੰਕਟ ਨਹੀਂ ਹੈਗਾ, ਪਹਿਲਾਂ ਸ਼ੁਰੂਆਤੀ ਤੌਰ ਤੇ ਲੱਗ ਰਿਹਾ ਸੀ। ਲੇਕਿਨ ਜਿਸ ਤਰੀਕੇ ਦੇ ਨਾਲ ਮੋਇਸਚਰ ਦੀ ਕਮੀ ਹੈ ਮੌਸਮ ਦੇ ਵਿੱਚ, ਬਰਸਾਤਾਂ ਹੁਣ ਸ਼ੁਰੂ ਹੋਈਆਂ ਫਰਵਰੀ ਦੇ ਵਿੱਚ ਜਾਂ ਜਨਵਰੀ ਦੇ ਆਖਰੀ ਹਫਤੇ ਦੇ ਵਿੱਚ, ਲੇਕਿਨ ਇਹ ਐਲ ਨੀਨੋ ਦਾ ਇੱਕ ਬਹੁਤ ਵੱਡਾ ਫੈਕਟਰ ਜਿਹੜਾ ਹੈ ਉਹ ਲੋਕਾਂ ਨੂੰ ਅਫੈਕਟ ਕਰੇਗਾ, ਔਰ ਉਹਦਾ ਬਜਟ ਦੇ ਵਿੱਚ ਵੀ ਅਕਾਊਂਟ ਫੋਰ ਹੋਇਆ ਹੋਏਗਾ। ਔਰ ਤੀਸਰਾ ਔਰ ਬਹੁਤ ਇੰਪੋਰਟੈਂਟ ਫੈਕਟਰ ਮੈਂ ਕਹਿੰਦਾ, ਜਿਹਨੇ ਸਾਰਾ ਬਜਟ ਹੀ ਇੱਕ ਪੱਖ ਤੇ ਲੈ ਗਿਆ, ਜਿਹੜਾ ਉਹ ਹੈਗਾ ਜੀ, ਜਿਹੜੀ IMF ਨੇ ਸਾਨੂੰ ਵਾਰਨਿੰਗ ਦਿੱਤੀ ਹੈ, ਨਸੀਹਤ ਦਿੱਤੀ ਹੈ IMF ਨੇ ਕਿ ਹਿੰਦੁਸਤਾਨ ਆਪਣੇ ਜਿਹੜੇ ਕਰਜ਼ੇ ਨੇ ਉਹਨਾਂ ਨੂੰ ਕਾਬੂ ਕਰੇ, ਕਿਉਂਕਿ ਇਹ ਬੇਤਹਾਸ਼ਾ ਜਿਹੜੇ ਕਰਜ਼ੇ ਇਕੱਠੇ ਹੋ ਰਹੇ ਨੇ, ਇਹ ਕਿਤੇ ਨਾ ਕਿਤੇ ਹਿੰਦੁਸਤਾਨ ਦੀ ਜਿਹੜੀ ਫਾਈਨੈਂਸ਼ੀਅਲ ਫਿਜ਼ੀਬਿਲਿਟੀ ਹੈ, ਜਿਹੜਾ ਵਿੱਤੀ ਕਾਰਗੁਜ਼ਾਰੀ ਹੈ, ਉਹਨੂੰ ਅਫੈਕਟ ਕਰ ਰਹੇ ਹੈ। ਐਗਜ਼ੈਕਟਲੀ ਇਫੈਕਟ ਕਰ ਰਿਹਾ, ਕਿਉਂਕਿ 205 ਲੱਖ ਕਰੋੜ ਦਾ ਕਰਜ਼ਾ ਹੈ ਭਾਰਤ ਦੀ ਅਰਥ ਵਿਵਸਥਾ ਦੇ ਉੱਤੇ, ਔਰ ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਸਾਨੂੰ ਇਹ ਇਨਸਟਰਕਸ਼ਨਸ ਦਿੱਤੀਆਂ ਨੇ ਕਿ ਤੁਸੀਂ ਇਹ ਪੂਰਾ ਕਿੱਥੋਂ ਕਰਨਾ ਹੈ, ਇਹ ਵਾਪਸ ਕਿੱਥੋਂ ਕਰਨਾ ਹੈ। ਔਰ ਇਹ ਗੱਲ ਬੜੀ ਅਜੀਬ ਜੀ ਲੱਗ ਰਹੀ ਆ ਸਾਰੇ ਇਕਨੋਮਿਸਟ ਨੂੰ ਕਿ ਲਗਾਤਾਰ ਇਹ ਕਰਜ਼ਾ ਲਈ ਜਾ ਰਹੇ ਹਾਂ ਤੇ ਕਰਜ਼ਾ ਜਾਂਦਾ ਕਿੱਥੇ ਪਿਆ, ਡਿਵੈਲਪਮੈਂਟ ਉਹਦੇ ਪ੍ਰਪੋਰਸ਼ਨ 'ਚ ਕਿਤੇ ਵਿਖਾਈ ਕਿਉਂ ਨਹੀਂ ਦੇ ਰਹੀ। ਔਰ 80 ਕਰੋੜ ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਜੋ ਮੁਫਤ ਦੇ ਰਾਸ਼ਨ ਦੇ ਉੱਤੇ ਆਪਣਾ ਜੀਵਨ ਬਿਤਾ ਰਹੇ ਨੇ। ਔਰ ਅਸੀਂ ਸੁਪਨਾ ਲੈ ਰਹੇ ਹਾਂ ਕਿ 2030 ਤੱਕ ਅਸੀਂ 5000 ਟ੍ਰਿਲੀਅਨ ਜਾਂ 5 ਟ੍ਰਿਲੀਅਨ ਡਾਲਰ, ਤੇ ਤੁਸੀਂ ਸਾਰਾ ਕੁਝ ਦੱਸੋਗੇ, ਐਡੀ ਵੱਡੀ ਇਕਨੋਮੀ ਅਸੀਂ ਖੜੀ ਕਰਨੀ ਹੈ। ਸੋ ਇਹ ਕਿੱਦਾਂ ਪੋਸੀਬਲ ਹੈ ਜਦੋਂ ਕਿ ਇੰਨੇ ਹੱਥ ਇੱਦਾਂ ਦੇ ਨੇ ਜਿਹੜੇ ਬੇਰੁਜ਼ਗਾਰ ਨੇ? ਜਦੋਂ ਤੱਕ ਸਭ ਦੇ ਕੋਲ ਰੋਜ਼ਗਾਰ ਨਹੀਂ ਹੋਏਗਾ, ਐਡੀ ਵੱਡੀ ਇਕਨੋਮੀ ਅਸੀਂ ਕਿੱਥੋਂ ਖੜੀ ਕਰਾਂਗੇ? ਸੋ ਇਹ ਕਰਜ਼ੇ ਲੈ ਕੇ ਅਸੀਂ ਚਲਾ ਰਹੇ ਹਾਂ ਆਪਣਾ ਸਾਰਾ ਸਿਸਟਮ, ਜੋ ਕਿ ਅਸੀਂ ਇੱਕ ਆਮ ਭਾਸ਼ਾ 'ਚ ਸਮਝਣਾ ਚਾਹੀਏ ਤਾਂ ਜਿਹੜਾ ਘਰ ਕਰਜ਼ਿਆਂ ਲੈ ਕੇ ਚੱਲਦਾ ਹੋਵੇ, ਉਹ ਘਰ ਕਿੱਥੋਂ ਤੱਕ ਸਫਲ ਹੋ ਸਕਦਾ? ਇਹ ਸਾਰੀਆਂ ਤਮਾਮ ਗੱਲਾਂ ਸਾਡੇ ਬਜ਼ੁਰਗ ਵੀ ਸਾਨੂੰ ਸਿਖਾਉਂਦੇ ਨੇ ਕਿ ਜਿੰਨੀ ਚਾਦਰ ਹੋਵੇ ਉਹਨੇ ਪੈਰ ਪਸਾਰਨੇ ਚਾਹੀਦੇ ਨੇ। ਖੈਰ, ਕਿਤੇ ਨਾ ਕਿਤੇ ਕਰਜ਼ੇ ਲੈਣੇ ਜ਼ਰੂਰੀ ਵੀ ਹੁੰਦੇ ਨੇ, ਪਰ ਇੰਨਾ ਨਹੀਂ ਕਿ ਇੰਟਰਨੈਸ਼ਨਲ ਮੋਨਿਟਰੀ ਫੰਡ ਸਾਨੂੰ ਇਨਸਟਰਕਸ਼ਨਸ ਦੇਣੀਆਂ ਸ਼ੁਰੂ ਕਰ ਦੇਵੇ। ਪਰ ਆਪਾਂ ਜੇ ਇਹਦੇ ਉੱਤੇ ਚੱਲੀਏ ਕਿ ਕਰਜ਼ੇ ਲਿੱਤੇ ਗਏ, ਹੁਣ ਕਰਜ਼ੇ ਮੋੜਨੇ ਵੀ ਨੇ, ਤੇ ਕਿਹੜੇ ਸੈਕਟਰਸ ਨੂੰ ਕੱਟ ਸ਼ਾਰਟ ਕੀਤਾ, ਕਿੱਥੋਂ ਅਸੀਂ ਪੈਸਾ ਖਿੱਚ ਲਿਆ ਕਿ ਇਹਨਾਂ ਸੈਕਟਰਸ ਨੂੰ ਅਸੀਂ ਪੈਸੇ ਨਹੀਂ ਦੇਣੇ। ਆਫ ਕੋਰਸ ਜਨਤਾ ਦੀਆਂ ਫੈਸਿਲਿਟੀਆਂ ਜਿਹੜੀਆਂ ਨੇ ਉਧਰੋਂ ਤਾਂ ਪੈਸੇ ਕੱਟ ਹੋਣਗੇ ਹੀ ਹੋਣਗੇ, ਐਜੂਕੇਸ਼ਨ ਦੇ ਉੱਤੇ, ਹੈਲਥ ਦੇ ਉੱਤੇ ਕੱਟ ਹੋਣਗੇ ਹੀ ਹੋਣਗੇ, ਔਰ ਡਿਫੈਂਸ ਦੇ ਉੱਤੇ ਬਹੁਤ ਜ਼ਿਆਦਾ ਰੱਖਿਆ ਗਿਆ ਹੈ। ਕਹਿੰਦੇ ਨੇ ਕਿ ਸਾਰੇ ਬਜਟ ਦਾ ਤਕਰੀਬਨ 13% ਦੇ ਕਰੀਬ ਬਜਟ ਰੱਖਿਆ ਗਿਆ ਹੈ ਡਿਫੈਂਸ ਉੱਤੇ ਖਰਚ ਕਰਨ ਦਾ। ਸੋ ਇਹ ਕਿਹੜੇ ਸੈਕਟਰਸ ਨੂੰ ਪੰਪ ਕੀਤਾ ਗਿਆ ਹੈ ਮਨੀ ਰਾਹੀਂ, ਔਰ ਕਿਹੜੇ ਸੈਕਟਰਸ ਤੋਂ ਮਨੀ ਪਿੱਛੇ ਖਿੱਚ ਲਈ ਗਈ ਹੈ? ਸੋ ਇਹਨੂੰ ਜ਼ਰਾ ਖੁਲਾਸਾ ਕਰੋ, ਔਰ ਐਡੀ ਵੱਡੀ ਇਕਨੋਮੀ ਅਸੀਂ ਕਿੱਦਾਂ ਖੜੀ ਕਰਨੀ ਹੈ ਰਾਜੀਵ? ਦੇਖੋ ਜੀ, ਪਹਿਲਾਂ ਮੈਂ ਤੁਹਾਡੇ ਪਹਿਲੇ ਭਾਗ ਦੇ ਉੱਤੇ ਗੱਲ ਕਰਦਾ, ਜਿਹੜਾ IMF ਦੀ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਕੌਮਾਂਤਰੀ ਮੁਦਰਾ ਕੋਸ਼ ਹੈ, ਉਹਨੇ ਸਾਨੂੰ ਜਿਸ ਤਰੀਕੇ ਦੇ ਨਾਲ ਨਸੀਹਤ ਦਿੱਤੀ ਹੈ, ਸਾਨੂੰ ਵਾਰਨਿੰਗ ਦਿੱਤੀ ਹੈ, ਸਾਡੇ ਲਈ ਇਦਾਂ ਦੀਆਂ ਘੰਟੀਆਂ ਵਜਾਤੀਆਂ ਨੇ ਕਿ ਹਿੰਦੁਸਤਾਨ ਬਚ ਲਵੇ। ਉਹਦਾ ਕਾਰਨ ਕੀ ਹੈ? ਔਰ ਤੁਸੀਂ ਦੂਸਰੀ ਗੱਲ ਕੀਤੀ ਹੈ ਖੰਨਾ ਸਾਹਿਬ ਇਸ ਦੇ ਨਾਲ ਹੀ, ਕਿਉਂਕਿ ਇਹਦੇ ਨਾਲ ਜਾ ਕੇ ਢੁਕਦੀ ਹੈ ਕਿ ਇੰਨਾ ਕਰਜ਼ੇ ਦਾ ਹੁੰਦਾ ਕੀ ਪਿਆ ਆਖਿਰ? ਜਿਹੜਾ ਇਹ ਕਰਜ਼ਾ ਇਕੱਠਾ ਹੁੰਦਾ, ਜਨਰਲੀ
ਜਦੋਂ ਅਸੀਂ ਗੱਲ ਕਰਦੇ ਹਾਂ ਆਮ ਜਨਤਾ ਦੇ ਵਿੱਚ ਜਾ ਕੇ, ਜਿਹੜੇ ਅਰਥਚਾਰੇ ਦੇ ਸਟੂਡੈਂਟਸ ਨਹੀਂ ਰਹੇ ਨੇ, ਸਾਇੰਸਸ ਦੇ ਵਿੱਚ ਨੇ, ਬਹੁਤ ਵੱਡੇ ਵੱਡੇ ਸਾਇੰਟਿਸਟ, ਡਾਕਟਰਸ ਨੇ, ਮੈਥਮੈਟੀਸ਼ੀਅਨਸ ਨੇ, ਇੰਜੀਨੀਅਰਸ ਨੇ, ਉਹ ਲੋਕ ਇਸ ਚੀਜ਼ ਨੂੰ ਨਹੀਂ ਸਮਝਦੇ। ਇਹ ਜਿਹੜਾ ਕਰਜ਼ਾ ਹੈ, ਅਸੀਂ ਇੱਕ ਡੈਟ ਟ੍ਰੈਪ ਦੇ ਵਿੱਚ ਫਸਣ ਜਾ ਰਹੇ ਹਾਂ ਔਰ ਫਸਦੇ ਜਾ ਰਹੇ ਹਾਂ ਲਗਾਤਾਰ, ਹੌਲੀ ਹੌਲੀ ਹੌਲੀ। ਇਹ ਇੱਕ ਅਜਿਹਾ ਦਲਦਲ ਹੈ ਜਿਹਦੇ ਵਿੱਚ ਅਸੀਂ ਲਗਾਤਾਰ ਵੜਦੇ ਜਾ ਰਹੇ ਹਾਂ ਔਰ ਡੂੰਘੇ ਦਲਦਲ ਦੇ ਵਿੱਚ ਪਹੁੰਚੀ ਜਾ ਰਹੇ ਹਾਂ। ਦੇਖੋ ਜੀ, ਐਤਕੀ ਖੰਨਾ ਸਾਹਿਬ, ਸਾਨੂੰ ਕੋਈ ਬਹੁਤ ਵੱਡਾ ਇਕਨੋਮਿਸਟ ਹੋਣ ਦੀ ਲੋੜ ਨਹੀਂ, ਬੜੀ ਸਿੰਪਲ ਜੀਆਂ ਫਿਗਰਸ ਹੈ। ਸਰਕਾਰ ਨੇ ਕਿਹਾ ਵੀ ਸਾਡੇ ਕੋਲ 30 ਲੱਖ ਕਰੋੜ ਰੁਪਈਆ ਪੈਸਾ ਇਕੱਠਾ ਹੋਏਗਾ, ਮਾਲੀਆ ਇਕੱਠਾ ਹੋਏਗਾ ਟੈਕਸਾਂ ਤੇ ਗੈਰ ਟੈਕਸ ਸਰੋਤਾਂ ਤੋਂ, ਜੋ ਵੀ ਗਵਰਨਮੈਂਟ ਦੇ ਸੋਰਸਸ ਨੇ। ਸਰਕਾਰ ਨੇ ਕਿਹਾ 30 ਲੱਖ ਕਰੋੜ। ਹੁਣ ਇਸ 30 ਲੱਖ ਕਰੋੜ, ਪਹਿਲੀ ਗੱਲ। ਦੂਜੀ ਗੱਲ ਜਿਹੜੀ ਹੈ ਕਿ 47.66 ਲੱਖ ਕਰੋੜ ਦਾ ਇਹ ਬਜਟ ਹੈ। ਆਪਾਂ 48 ਲੱਖ ਕਰੋੜ ਦਾ ਲਾ ਲਈਏ ਮੋਟਾ ਜਿਹਾ, ਇਹਦਾ ਮਤਲਬ ਹੈ ਵੀ ਆਲਮੋਸਟ 30 ਔਰ 47 ਤੱਕ ਜਿਹੜਾ ਸਰਕਾਰ ਪਹੁੰਚਦੀ ਹੈ, ਉੱਥੇ ਤੱਕ ਸਰਕਾਰ ਨੂੰ 17 ਲੱਖ ਕਰੋੜ ਰੁਪਏ ਦਾ ਹੋਰ ਕਰਜ਼ਾ ਚੁੱਕਣਾ ਪਏਗਾ। ਪਹਿਲੀ ਗੱਲ, 30 ਲੱਖ ਕਰੋੜ ਰੁਪਈਆ ਸਰਕਾਰ ਦੇ ਕੋਲ ਆਉਣਾ ਹੈ ਪੂਰੇ ਸਾਲ ਦੇ ਵਿੱਚ, ਔਰ 17 ਲੱਖ ਕਰੋੜ ਰੁਪਈਆ ਕਰਜ਼ਾ ਲੈਣਾ। ਖਰਚਾ ਜਿਹੜਾ ਹੈਗਾ 47 ਲੱਖ ਕਰੋੜ ਦਾ ਹੈ। ਇਹ ਬਜਟ ਦਾ ਸਾਈਜ਼ ਹੈ, ਬੜੀ ਮੋਟੀ ਮੋਟੀ ਜੀਆਂ ਫਿਗਰਸ ਨੇ। ਹੁਣ ਇਹਦੇ ਚ ਗੱਲ ਇੱਥੇ ਆਉਂਦੀ ਹੈ ਕਿ ਜਿਹੜਾ ਪੁਰਾਣੇ ਕਰਜ਼ੇ ਅਸੀਂ ਲਿੱਤੇ, ਜਿਹਦਾ ਜ਼ਿਕਰ ਤੁਸੀਂ ਵੀ ਕੀਤਾ 205 ਲੱਖ ਕਰੋੜ ਦਾ, ਜਾਂ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਜਿਹੜੀ ਗੱਲ ਕੀਤੀ ਹੈ, ਸੰਸਦ ਦੇ ਵਿੱਚ ਸਰਕਾਰ ਦੇ ਇੱਕ ਮੰਤਰੀ ਨੇ ਬਿਆਨ ਦਿੱਤਾ ਕਿ ਅਸੀਂ 190 ਲੱਖ ਕਰੋੜ ਦੇ ਕਰਜ਼ੇ ਦੇ ਥੱਲੇ ਹਾਂ। ਅਸੀਂ ਚਲੋ 190 ਲੱਖ ਕਰੋੜ ਨੂੰ ਲੈ ਲੈਂਦੇ, ਅਸੀਂ ਭੁੱਲ ਜਾਂਦੇ ਹਾਂ 205 ਲੱਖ ਕਰੋੜ ਰੁਪਈਆ ਥੋੜੀ ਦੇਰ ਦੇ ਲਈ। 190 ਲੱਖ ਕਰੋੜ ਦੇ ਉੱਤੇ ਵੀ ਤਾਂ ਤੁਸੀਂ ਵਿਆਜ ਦੇ ਰਹੇ ਹੋ। ਉਸ ਵਿਆਜ ਦੀ ਅਦਾਇਗੀ ਹੋ ਰਹੀ ਹੈ ਖੰਨਾ ਸਾਹਿਬ 11 ਲੱਖ ਕਰੋੜ ਰੁਪਇਆ, ਜੋ ਕਿ 30 ਲੱਖ ਕਰੋੜ ਦਾ 40% ਬਣਦਾ, ਯਾਨੀ ਹਰ ਰੁਪਈਏ ਪਿੱਛੇ 40 ਪੈਸੇ ਸਰਕਾਰ ਜਿਹੜੀ ਹੈ ਕਰਜ਼ੇ ਦੀ ਅਦਾਇਗੀ ਦੇ ਲਈ ਦੇ ਰਹੇ ਹੈ। ਇਸ ਡੈਟ ਟ੍ਰੈਪ ਦੀ ਮੈਂ ਗੱਲ ਕਰ ਰਿਹਾ, ਜਿਹਦੇ ਵਿੱਚ, ਉਸ ਦਲਦਲ ਦੇ ਵਿੱਚ ਜਿਹਦੇ ਚ ਅਸੀਂ ਫਸਦੇ ਚਲੇ ਜਾ ਰਹੇ ਹਾਂ। 30 ਲੱਖ ਕਰੋੜ ਰੁਪਈਆ ਸਰਕਾਰ ਦੇ ਕੋਲ ਮਾਲੀਆ ਇਕੱਠਾ ਹੋਣਾ, 11 ਲੱਖ ਕਰੋੜ ਰੁਪਈਆ ਸਰਕਾਰ ਜਿਹੜੀ ਹੈ ਉਹਦੇ ਚੋਂ ਸਿਰਫ ਔਰ ਸਿਰਫ ਕਰਜ਼ਿਆਂ ਦੇ ਲਈ ਦੇ ਦਿੰਦੀ ਹੈ, ਤਾਂ ਸਰਕਾਰ ਕੋਲ ਬਚਿਆ ਕੀ? 19 ਲੱਖ ਕਰੋੜ ਰੁਪਈਆ, ਔਰ ਬਾਕੀ 17 ਲੱਖ ਕਰੋੜ ਰੁਪਈਆ ਹੋਰ ਨਵਾਂ ਇਹਨਾਂ ਨੇ ਕਰਜ਼ਾ ਲੈ ਲਿਆ। ਸੋ ਅਸੀਂ ਇੱਕ ਡੈਟ ਟ੍ਰੈਪ ਦੇ ਵਿੱਚ ਫਸਦੇ ਜਾ ਰਹੇ, ਜਿਹਦੇ ਵਾਸਤੇ ਸਾਨੂੰ ਨਸੀਹਤ ਦਿੱਤੀ ਹੈਗੀ ਹੈ ਅੰਤਰਰਾਸ਼ਟਰੀ ਕੌਮਾਂਤਰੀ ਮੁਦਰਾ ਕੋਸ਼ ਨੇ ਕਿ ਤੁਸੀਂ ਇਸ ਚੀਜ਼ ਦਾ ਕੋਈ ਨਿਪਟਾਰਾ ਕਰੋ, ਆਪਣੇ ਕਰਜ਼ੇ ਘਟਾਓ। ਇੱਕ ਇਹਦੇ 'ਚ ਚੀਜ਼ ਦੇਖਣ ਵਾਲੀ ਹੈ ਕਿ ਜਿਹੜੀ ਐਡੀ ਵੱਡੀ ਇਕਨੋਮੀ ਖੜੀ ਕਰਨ ਦੀ ਗੱਲ ਕਰਦੇ ਨੇ 2030 ਦੇ ਵਿੱਚ, ਔਰ ਇਕਨੋਮਿਸਟ ਕਹਿੰਦੇ ਨੇ ਕਿ ਉਸ ਹਿਸਾਬ ਨਾਲ ਜੇ ਦੇਖੀਏ ਤਾਂ 10% ਤੋਂ 15% ਦੀ ਗਰੋਥ ਚਾਹੀਦੀ ਹੈ GDP ਦੇ ਵਿੱਚ, ਤਾਂ ਜਾ ਕੇ ਅਸੀਂ ਉਸ ਟਾਰਗੇਟ ਨੂੰ ਟੱਚ ਕਰ ਸਕਦੇ ਹਾਂ। ਪਰ ਜੇ ਹਿਸਟਰੀ ਦੇਖੀਏ ਅਸੀਂ ਆਪਣੇ ਦੇਸ਼ ਦੀ, ਤਾਂ 2004 ਦੇ ਵਿੱਚ ਮੈਕਸਿਮਮ ਗਈ ਹੈ 8% ਦੀ ਗਰੋਥ ਗਈ ਹੈ। ਉਸ ਤੋਂ ਬਾਅਦ ਕਦੀ ਇੰਨੀ ਗਈ ਨਹੀਂ, ਔਰ ਉਸ ਤੋਂ ਪਹਿਲਾਂ ਵੀ ਕਦੀ ਗਈ ਨਹੀਂ। ਡਾਕਟਰ ਮਨਮੋਹਨ ਸਿੰਘ ਦੀਆਂ ਨੀਤੀਆਂ ਨੇ ਕਾਫੀ ਸਹਿਯੋਗ ਕੀਤਾ ਹੈ ਭਾਰਤ ਨੂੰ ਵੱਡੀ ਅਰਥ ਵਿਵਸਥਾ ਬਣਾਉਣ ਦੇ ਵਿੱਚ। ਹੁਣ ਇਸ ਪੁਆਇੰਟ 'ਤੇ ਆਪਾਂ ਦੇਖੀਏ ਕਿ ਕਾਰਪੋਰੇਟਸ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ ਕਰ ਦਿੱਤੇ ਜਾਂਦੇ ਨੇ, ਔਰ ਕੁਝ ਇੱਕ ਬੰਦਿਆਂ ਨੂੰ ਫਾਇਦਾ ਦਿੱਤਾ ਜਾਂਦਾ ਹੈ। ਦੁਨੀਆ ਦੇ ਪਹਿਲੇ ਨੰਬਰ ਦੇ ਟੌਪ 10 ਦੇ ਵਿੱਚੋਂ ਅਮੀਰ ਆਦਮੀ ਬਣ ਗਏ। ਵਾਟ ਇਜ਼ ਦਾ ਫਨ? ਇਹਦਾ ਕਰਾਂਗੇ ਕੀ? ਜੇ ਆਮ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਲੋਕ ਸੜਕਾਂ 'ਤੇ ਆਉਂਦੇ ਜਾ ਰਹੇ ਨੇ, ਤਾਂ ਕੁਝ ਇੱਕ ਲੋਕਾਂ ਦਾ ਸੁਪਨਾ ਪੂਰਾ ਕਰਨ ਵਾਸਤੇ ਕਿ ਦੁਨੀਆ ਦੇ ਟੌਪ 10 ਦੇ ਵਿੱਚ ਉਹਨਾਂ ਨੇ ਅਮੀਰ ਆਦਮੀ ਬਣਨਾ ਹੈ, ਅਸੀਂ ਇਸ ਤਰ੍ਹਾਂ ਦੇ ਸਟੈਪਸ ਲਈਏ ਕਿ ਉਹਨਾਂ ਦੇ ਕਰਜ਼ੇ ਮਾਫ ਕਰ ਦਈਏ। ਕਿਸਾਨਾਂ ਦੇ ਕਰਜ਼ੇ ਕਿਉਂ ਨਹੀਂ ਮਾਫ ਹੁੰਦੇ? ਆਮ ਜਨਤਾ ਦੇ ਕਰਜ਼ੇ ਕਿਉਂ ਨਹੀਂ ਮਾਫ ਹੁੰਦੇ? ਸੋ ਇਹ ਸਾਰੀਆਂ ਗੱਲਾਂ ਕ੍ਰਿਟੀਸਾਈਜ਼ ਹੁੰਦੀਆਂ ਨੇ। ਜੋ ਇੰਟੈਲੈਕਚੁਅਲਸ ਬੈਠੇ ਨੇ ਇਕਨੋਮਿਕ ਫੀਲਡ ਦੇ, ਉਹਨਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ। ਸੋ ਗੱਲ ਉੱਥੇ ਹੀ ਆਉਂਦੀ ਹੈ, ਕਿਸਾਨਾਂ ਦਾ ਕੀ ਭਲਾ ਹੋਇਆ, ਮਜ਼ਦੂਰਾਂ ਦਾ ਕੀ ਭਲਾ ਹੋਇਆ, ਆਮ ਜਨਤਾ ਦਾ ਕੀ ਭਲਾ ਹੋਇਆ, ਮਿਡਲ ਕਲਾਸ ਫੈਮਿਲੀ ਦਾ ਕੀ ਭਲਾ ਹੋਇਆ? ਜਨਤਾ ਕਿੱਥੇ ਖੜੀ ਹੈ? ਕਿਉਂਕਿ ਜਨਤਾ ਦੇ ਸਿਰ ਦੇ ਉੱਤੇ ਇਕਨੋਮੀ ਚੱਲਣੀ ਹੈ। ਜਦੋਂ ਤੱਕ ਉਹ ਡਿਮਾਂਡ ਨਹੀਂ ਕ੍ਰੀਏਟ ਕਰਨਗੇ, ਤੁਸੀਂ ਸਪਲਾਈ ਕਿੱਥੋਂ ਦਿਓਗੇ? ਵੱਡੇ ਵੱਡੇ ਇੰਡਸਟਰੀਜ਼ ਜਿਹੜੇ ਬੈਠੇ ਨੇ, ਵੱਡੇ ਵੱਡੇ ਕਾਰਪੋਰੇਟਸ ਜਿਹੜੇ ਇੰਡਸਟਰੀਜ਼ ਲਗਾ ਕੇ ਬੈਠੇ ਨੇ, ਸਪਲਾਈ ਕੀ ਦੇਣਗੇ ਜੇ ਡਿਮਾਂਡ ਹੀ ਨਹੀਂ ਹੈ? ਔਰ ਲੋਕ ਡਿਮਾਂਡ ਕਿੱਥੋਂ ਕਰਨਗੇ ਜੇ ਉਹਨਾਂ ਦੀ ਜੇਬ ਵਿੱਚ ਪੈਸੇ ਨਹੀਂ ਹੈਗੇ? ਸੋ ਇਹ ਬੈਲੈਂਸ ਕਿੱਦਾਂ ਕਰੀਏ? ਤੁਸੀਂ ਇਹ ਜ਼ਰਾ ਸਮਝਾਉਣ ਦੀ ਖੇਚਲ ਕਰੋ ਕਿ ਇਹ ਜਾਂਦੇ ਕਿੱਧਰ ਪਏ ਆ। ਚਲੋ ਇਹ ਤਾਂ ਇੰਟੈਰਿਮ ਬਜਟ ਹੈ, ਪਰ ਜਾਂਦੇ ਤਾਂ ਫਾਈਨਲ ਬਜਟ ਵੱਲ ਅਸੀਂ ਪਏ ਹੀ ਹਾਂ। ਜੋ ਇਕਨੋਮੀ ਦੀ ਇਸ ਵਕਤ ਸਥਿਤੀ ਹੈ ਉਹ ਤੇ ਸਾਡੇ ਸਾਹਮਣੇ ਹੈ ਹੀ ਹੈ, ਭਾਵੇਂ ਕਿਸੇ ਵੀ ਸਰਕਾਰ ਦੀ ਗਵਰਨਮੈਂਟ ਬਣੇ 2024 ਤੋਂ ਬਾਅਦ, ਪਰ ਇਹ ਸਥਿਤੀ ਤਾਂ ਸੇਮ ਰਹਿਣੀ ਹੈ ਨਾ। ਇਹ ਕੀ ਕਰੀਏ ਰਾਜੀਵ ਜੀ? ਪਹਿਲੀ ਚੀਜ਼ ਸਰ, ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਇੱਕ ਅਮੀਰ ਔਰ ਗਰੀਬ ਦੇ ਵਿੱਚ ਜਿਹੜਾ ਡਿਫਰੈਂਸ ਹੈ, ਜਿਹੜਾ ਪਾੜਾ ਹੈ, ਉਹ ਲਗਾਤਾਰ ਵੱਧ ਰਿਹਾ, ਔਰ ਕਿਤੇ ਨਾ ਕਿਤੇ ਉਹਦੀ ਜ਼ਿੰਮੇਵਾਰ ਸਰਕਾਰ ਹੈ। ਕਿਸ ਤਰੀਕੇ ਦੇ ਨਾਲ? ਦੇਖੋ ਜੀ, ਸਰਕਾਰ ਨੇ ਕੀ ਕੀਤਾ ਹੈ ਕਿ ਬਜਟ ਜਿਹੜਾ ਬਣਾਇਆ ਹੈ, ਬਜਟ ਦੇ ਵਿੱਚ ਸਰਕਾਰ ਨੇ ਪਹਿਲਾਂ ਤਾਂ
ਜਿਹੜੀ ਰਾਜ ਸਰਕਾਰਾਂ ਨੇ, ਤੁਸੀਂ ਗੱਲ ਕੀਤੀ ਕਿ ਕਿਹਨੂੰ ਕੱਟ ਲਾਇਆ, ਤੁਸੀਂ ਆਪਣੇ ਪਿਛਲੇ ਸਵਾਲ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਜਦੋਂ ਸਰਕਾਰ ਨੇ ਐਤਕੀ ਖਰਚਾ ਘਟਾਉਣ ਦੀ ਗੱਲ ਕੀਤੀ ਹੈ ਤਾਂ ਇਹ ਖਰਚਾ ਕਿਹੜਾ ਘਟਿਆ। ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਇਹ ਜਿਹੜਾ ਡੈਵੋਲੂਸ਼ਨ ਹੈ, ਜਿਹੜੀ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਲਿਖੀ ਹੋਈ ਹੈ ਕਿ ਜਿਹੜੀ ਕੇਂਦਰ ਸਰਕਾਰ ਵੰਡ ਦੇਗੀ ਜਿਹੜੀ ਸੂਬਾਈ ਸਰਕਾਰਾਂ ਨੂੰ, ਕਿਉਂਕਿ ਸੂਬਾਈ ਸਰਕਾਰਾਂ ਦੇ ਹੱਕ ਜਿਹੜੇ ਸੀਗੇ ਟੈਕਸ ਲਾਉਣ ਦੇ, ਉਹ ਤਾਂ ਜੀਐਸਟੀ ਲੈ ਗਿਆ। ਜੀਐਸਟੀ ਦੇ ਵਿੱਚ 70% ਦੇ ਲਗਭਗ ਜਿਹੜੀ ਸੂਬਾਈ ਸਰਕਾਰਾਂ ਟੈਕਸ ਲਾਉਂਦੀਆਂ ਸਨ, ਉਹ ਸਾਰੇ ਹੱਕ ਜਿਹੜੇ ਹੈ ਉਹ ਕੇਂਦਰ ਸਰਕਾਰ ਦੇ ਕੋਲ ਪਹੁੰਚ ਗਏ। ਕੇਂਦਰ ਸਰਕਾਰ ਨੇ 5 ਸਾਲ ਤੱਕ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਨੂੰ ਕੰਪਨਸੇਸ਼ਨ ਜ਼ਰੂਰ ਮੁਹੱਈਆ ਕਰਵਾਈ ਹੈ, ਲੇਕਿਨ 2022 ਜੂਨ ਤੋਂ ਬਾਅਦ ਉਹ ਕੰਪਨਸੇਸ਼ਨ ਮੁੱਕ ਗਈ ਹੈ। ਤਾਂ ਹੁਣ ਕੀ ਹੋਇਆ, ਐਤਕੀ ਦੇ ਬਜਟ ਦੇ ਹਿਸਾਬ ਦੇ ਨਾਲ ਤੁਸੀਂ ਹੈਰਾਨ ਹੋਵੋਗੇ ਖੰਨਾ ਸਾਹਿਬ ਕਿ ਜਿਹੜਾ ਐਤਕੀ ਦਾ ਬਜਟ ਹੈ ਉਹ ਕਹਿੰਦਾ ਹੈ ਕਿ ਜਿਹੜੀ ਡੈਵੋਲੂਸ਼ਨ, ਜਿਹੜਾ ਪੈਸੇ ਦੀ ਵੰਡ ਜਿਹੜੀ ਕੇਂਦਰ ਸਰਕਾਰ ਤੋਂ ਸੂਬਾ ਸਰਕਾਰਾਂ ਕੋਲ ਹਜੇ ਤੱਕ 42 ਤੋਂ 41% ਹੁੰਦੀ ਰਹੀ ਹੈ, ਉਹ ਆਉਣ ਵਾਲੇ ਸਮੇਂ ਦੇ ਵਿੱਚ 32% ਹੋ ਜਾਏਗੀ। ਜਿਹੜੀ ਸਟੇਟਸ ਨੇ ਉਹਨਾਂ ਦੇ ਕੱਟ ਲੱਗਾ ਹੈਗਾ ਉਹਨਾਂ ਦੇ ਸਰੋਤਾਂ ਦੇ ਉੱਤੇ। ਜਦੋਂ ਸਟੇਟਸ ਨੂੰ ਪੈਸਾ ਨਹੀਂ ਮਿਲੇਗਾ, ਉਹ ਅੱਗੇ ਪੈਸਾ ਨਹੀਂ ਜਾਏਗਾ। ਤੁਹਾਨੂੰ ਇਹ ਜਾਣ ਕੇ ਬੜੇ ਹੈਰਾਨੀ ਹੋਏਗੀ ਖੰਨਾ ਸਾਹਿਬ ਕਿ ਹਜੇ ਵੀ ਪੰਜਾਬ ਸਰਕਾਰ ਨੇ ਜਿਹੜੇ ਆਪਣੇ ਬਿਜਲੀ ਵਿਭਾਗ ਦੇ ਕਰਮਚਾਰੀ ਨੇ, ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਐਤਕੀ 1/3 ਕੱਟ ਲੱਗਾ, 2/3 ਕੱਟ ਲੱਗਾ, 1/3 ਪੈਨਸ਼ਨ ਜਿਹੜੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੀ ਹੈ। ਇੱਕ ਗੱਲ, ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੇਗਾ ਕਿਉਂਕਿ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਪੈਸੇ ਨਹੀਂ ਦਿੱਤੇ, ਨਹੀਂ ਤਬਦੀਲ ਹੋ ਰਹੇ ਉਹ। ਦੂਸਰੀ ਚੀਜ਼, ਜਿਹੜਾ ਆਮ ਲੋਕ ਨੇ, ਆਮ ਲੋਕਾਂ ਨੂੰ ਆਪਾਂ ਦੇਖਦੇ ਹਾਂ ਜੀ ਫਰਟੀਲਾਈਜ਼ਰ, ਪਹਿਲਾਂ ਮੈਂ ਕਿਸਾਨਾਂ ਦੇ ਉੱਤੇ ਆਉਣਾ, ਕਿਸਾਨਾਂ ਨੂੰ ਫਰਟੀਲਾਈਜ਼ਰ ਦੀ ਸਬਸਿਡੀ ਜਿਹੜੀ ਹੈ ਉਹ ਘਟ ਗਈ ਹੈ ਪਿਛਲੇ ਸਾਲ ਦੇ ਮੁਕਾਬਲੇ। ਐਤਕੀ ਫਰਟੀਲਾਈਜ਼ਰ ਸਬਸਿਡੀ ਦਾ ਬਿੱਲ ਜਿਹੜਾ ਹੈਗਾ ਉਹ ਘਟ ਗਿਆ। ਪੈਟਰੋਲ ਡੀਜ਼ਲ ਜਿਹੜਾ ਹੈਗਾ ਜਿਹਦੇ ਨਾਲ ਟਰੈਕਟਰ ਚੱਲਣੇ ਆ, ਉਹਨਾਂ ਦੀ ਸਬਸਿਡੀ ਘਟ ਗਈ ਹੈ, ਜਿਹਦੇ ਲਈ ਉਹ ਮਜ਼ਬੂਤ ਹੋ ਜਾਣ ਕਿਸਾਨ ਵੀ ਉਹਨਾਂ ਨੂੰ ਮਹਿੰਗੇ ਡੀਜ਼ਲ ਜਿਹੜੇ ਨੇ ਉਹ ਖਰੀਦਣੇ ਪੈਣਗੇ। ਕੀਟਨਾਸ਼ਕ ਮਹਿੰਗੇ, ਡੀਜ਼ਲ ਮਹਿੰਗਾ। ਜਿਹੜੀ ਪੀਐਮ ਕਿਸਾਨ ਦੇ ਵਿੱਚ ਆ ਸਕਦੀ ਸੀ, ਚੋਣਾਂ ਵਾਲਾ ਬਜਟ ਸੀਗਾ, ਪੀਐਮ ਕਿਸਾਨ ਦੇ ਵਿੱਚ ਜ਼ਿਆਦਾ ਤਬਦੀਲੀ ਕੀਤੀ ਜਾ ਸਕਦੀ ਸੀ। ਪੈਸੇ ਦੀ ਫੀਮੇਲ ਜਿਹੜੀਆਂ ਫਾਰਮਰਸ ਨੇ ਉਹਨਾਂ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਜਾ ਸਕਦਾ ਸੀਗਾ, ਲੇਕਿਨ ਇਸ ਬਜਟ ਨੇ, ਅੰਤਰਿਮ ਬਜਟ ਦੇ ਹਿਸਾਬ ਦੇ ਨਾਲ ਸਰਕਾਰ ਨੇ ਜਿਹੜਾ ਪੀਐਮ ਕਿਸਾਨ ਹੈ ਉਹਦੇ ਵਿੱਚ ਵੀ 6000 ਰੁਪਈਆ ਜਿਹੜਾ ਮਿਲਦਾ ਉਨਾ ਹੀ ਰੱਖਿਆ ਹੋਇਆ, ਉਸ ਤੋਂ ਜ਼ਿਆਦਾ ਨਹੀਂ ਰੱਖਿਆ ਸਾਲਾਨਾ। ਜਿਹੜੀ ਫੂਡ ਸਬਸਿਡੀ ਹੈ ਉਹ ਵੀ ਘਟਾਤੀ ਹੈ। ਆਮ ਜਨਤਾ ਜਿਨ੍ਹਾਂ ਨੂੰ ਫੂਡ ਦੇ ਵਾਸਤੇ 80 ਕਰੋੜ ਲੋਕਾਂ ਨੂੰ, ਇੱਕ ਗੱਲ ਹੈ 81 ਕਰੋੜ ਲੋਕਾਂ ਨੂੰ ਜਿਹੜਾ ਰਾਸ਼ਨ ਦੇਣਾ ਇੱਕ ਅੱਡ ਗੱਲ ਹੈਗੀ ਹੈ, ਲੇਕਿਨ ਜਿਹੜੀ ਫੂਡ ਸਬਸਿਡੀ ਮਿਲਦੀ ਹੈ, ਰਾਸ਼ਨ ਦੇ ਜਿਹੜੀ ਚੀਜ਼ਾਂ ਮਿਲਦੀਆਂ ਨੇ ਉਹਨਾਂ ਦੇ ਰੇਟ ਦੂਜੇ ਪਾਸਿਓਂ ਵੱਧ ਸਕਦੇ ਨੇ ਕਿਉਂਕਿ ਸਰਕਾਰ ਨੇ ਉਹਦੇ ਉੱਤੇ ਵੀ ਖਰਚਾ ਜਿਹੜਾ ਹੈ ਘਟਾਤਾ। ਮਨਰੇਗਾ ਦੇ ਉੱਤੇ ਖਰਚਾ ਵਧਿਆ। ਪਿਛਲੀ ਵਾਰੀ ਮਨਰੇਗਾ ਦੇ ਵਿੱਚ ਹੋਇਆ ਏਦਾਂ ਸੀ ਕਿ 60,000 ਕਰੋੜ ਰੁਪਈਆ ਰੱਖਿਆ ਸੀ ਔਰ 86,000 ਕਰੋੜ ਰੁਪਈਆ ਬਾਅਦ ਦੇ ਵਿੱਚ ਸਰਕਾਰ ਪਹਿਲੋਂ 86,000 ਕਰੋੜ ਰੁਪਈਆ ਸਰਕਾਰ ਨੂੰ ਬਾਅਦ ਦੇ ਵਿੱਚ ਉਹਦੇ ਵਿੱਚ ਐਲੋਕੇਟ ਕਰਨਾ ਪਿਆ ਸੀ। 26,000 ਕਰੋੜ ਰੁਪਏ ਦੀ ਵੰਡ ਜਿਹੜੀ ਹੈ ਨਵੰਬਰ ਦਸੰਬਰ ਦੇ ਵਿੱਚ ਜਿਹੜੇ ਕੇਂਦਰੀ ਵਿੱਤ ਮੰਤਰੀ ਨੇ ਇਹਨਾਂ ਨੇ ਸੰਸਦ ਤੋਂ ਮਨਜ਼ੂਰੀ ਲੈ ਕੇ ਉਹਦੇ ਚ ਵਧਾਇਆ ਸੀ। ਉਹ ਹੁਣ ਵੀ 86,000 ਕਰੋੜ ਹੈ, ਜਿਹਦਾ ਸਟ੍ਰੇਟਵੇ ਮਤਲਬ ਹੈ ਕਿ ਸਾਡੀ ਜੀਡੀਪੀ ਨਹੀਂ ਵਧਣ ਵਾਲੀ, ਸਾਡੀ ਪੈਦਾਵਾਰ ਨਹੀਂ ਵਧਣ ਵਾਲੀ। ਲੋਕ ਜਿਹੜੇ ਨੇ ਜਦੋਂ ਡਿਵੈਲਪਮੈਂਟ ਹੁੰਦੀ ਹੈ ਪਿੰਡਾਂ ਤੋਂ ਪ੍ਰਵਾਸ ਕਰਕੇ ਸ਼ਹਿਰਾਂ ਦੇ ਵਿੱਚ ਆਉਂਦੇ ਆ, ਉਹ ਨਹੀਂ ਹੋ ਰਿਹਾ। ਮਨਰੇਗਾ ਦੇ ਵਿੱਚ ਵੱਧ ਐਲੋਕੇਸ਼ਨ ਦਾ ਮਤਲਬ ਹੈ ਕਿ ਤੁਸੀਂ ਪਿੰਡਾਂ ਦੇ ਵਿੱਚ ਹੀ ਰਹੋਗੇ ਔਰ ਮਜ਼ਦੂਰੀ ਕਰਦੇ ਰਹੋਗੇ ਮਨਰੇਗਾ ਦੀ, ਚਾਹੇ ਉਹ 40 ਦਿਨ ਦੀ ਮਿਲਦੀ ਹੈ ਚਾਹੇ 42 ਦਿਨ ਦੀ ਮਿਲਦੀ ਹੈ, ਤੁਸੀਂ ਉਸੇ ਤੱਕ ਆਪਣੇ ਆਪ ਨੂੰ ਲਿਮਿਟਡ ਰੱਖੋਗੇ। ਸਰਕਾਰ ਨੇ ਹੱਥ ਖੜੇ ਕਰਤੇ हैं ਵੀ ਸਾਡੇ ਵੱਸੋਂ ਦੀ ਬਾਹਰ ਹੈ ਚੀਜ਼ਾਂ। ਜੀ ਰਾਜੀਵ ਜੀ, ਸਰਕਾਰ ਨੇ ਹੱਥ ਖੜੇ ਕਰ ਦਿੱਤੇ ਨੇ ਔਰ ਜਨਤਾ ਦੇ ਹੱਥ ਪਹਿਲਾਂ ਹੀ ਖੜੇ ਨੇ, ਕੀਤਾ ਜਾਵੇ ਤੇ ਕੀ ਕੀਤਾ ਜਾਵੇ। ਸੋ ਇਹ ਸਾਰੀ ਸਿਚੁਏਸ਼ਨ ਦੇਖਦੇ ਹੋਏ ਇੰਨਾ ਕੁਝ ਟਾਈਟ ਹੋ ਚੁੱਕਾ ਹੈ ਔਰ ਐਡੀ ਵੱਡੀ ਇਕਨੋਮੀ ਖੜੀ ਕਰਨ ਦੀ ਅਸੀਂ ਗੱਲ ਕਰਦੇ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਇਹ ਇਲੈਕਸ਼ਨਸ ਨੂੰ ਸਾਹਮਣੇ ਦੇਖ ਕੇ ਐਡੇ ਵੱਡੇ ਪ੍ਰੋਮਿਸ ਕੀਤੇ ਜਾ ਰਹੇ ਨੇ ਕਿ ਐਡੀ ਵੱਡੀ ਇਕਨੋਮੀ ਖੜੀ ਕਰ ਦੇਵਾਂਗੇ, ਜਦੋਂ ਕਿ ਗਰਾਊਂਡ ਲੈਵਲ ਤੇ ਇਹ ਸੱਚਾਈ ਸਾਬਿਤ ਨਹੀਂ ਹੋ ਸਕਦੀ? ਕਿਉਂਕਿ ਆਰਬੀਆਈ ਦੇ ਗਵਰਨਰ ਰਾਜਨ ਜੀ ਇੱਕ ਗੱਲ ਕਹਿ ਚੁੱਕੇ ਨੇ ਕਿ ਇਟ ਇਜ਼ ਨਾਟ ਪੋਸੀਬਲ, ਔਰ ਉਹੀ ਨਹੀਂ ਬਲਕਿ ਹੋਰ ਇਕੋਨੋਮਿਸਟ ਵੀ ਕਹਿੰਦੇ ਨੇ। ਇੱਕ ਜੇ ਆਪਾਂ ਅੰਦਰੂਨੀ ਕਰਜ਼ਿਆਂ ਦੀ ਗੱਲ ਕਰੀਏ ਤਾਂ ਆਰਬੀਆਈ ਤੋਂ ਸਾਡੀ ਭਾਰਤ ਸਰਕਾਰ ਨੇ ਹੁਣ ਤੱਕ ਕਿੰਨਾ ਕਰਜ਼ਾ ਲਿੱਤਾ ਹੋਇਆ ਰਾਜੀਵ ਜੀ? ਦੇਖੋ, ਮੇਰੇ ਕੋਲ ਐਗਜ਼ੈਕਟ ਫਿਗਰ ਤਾਂ ਨਹੀਂ ਹੈ, ਪਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਬੈਂਕਾਂ ਤੋਂ ਸਰਕਾਰ ਸਾਡਾ ਜਿਹੜਾ ਜ਼ਿਆਦਾਤਰ ਜਿਹੜਾ ਕਰਜ਼ਾ ਹੈਗਾ ਉਹ
ਬੈਂਕਾਂ ਤੋਂ ਫਾਈਨਾਂਸਡ ਹੈ, ਘਰੇਲੂ ਕਰਜ਼ਾ ਹੈ, ਬਾਹਰਲਾ ਕਰਜ਼ਾ ਘੱਟ ਹੈ। ਹੁਣ ਕੀ ਹੋਣ ਲੱਗਾ ਖੰਨਾ ਸਾਹਿਬ ਕਿ ਬੈਂਕਾਂ ਨੂੰ ਜਿੰਨਾ ਕੁ ਅਸੀਂ ਬੈਂਕਾਂ ਤੋਂ ਲੈ ਸਕਦੇ ਸੀ ਅਸੀਂ ਲੈ ਚੁੱਕੇ ਹਾਂ। ਹੁਣ ਤਾਂ ਸਾਡੇ ਸਾਹਮਣੇ ਪੇਟੀਐਮ ਜਾਂ ਯੈਸ ਬੈਂਕ ਵਰਗੇ ਅਦਾਰੇ ਜਿਹੜੇ HDFC ਨੂੰ ਹੁਣੇ ਝਟਕਾ ਲੱਗਾ, ਹੁਣ ਤਾਂ ਸਾਡੇ ਸਾਹਮਣੇ ਪ੍ਰਾਈਵੇਟ ਬੈਂਕਾਂ ਨੂੰ ਝਟਕੇ ਲੱਗਦੇ ਫਿਰ ਰਹੇ ਨੇ। ਹੋ ਸਕਦਾ ਸਰਕਾਰੀ ਨੂੰ ਵੀ ਲੱਗ ਜਾਵੇ। ਸਟੇਟ ਬੈਂਕ ਆਫ ਇੰਡੀਆ ਦੇ ਪ੍ਰੋਫਿਟਸ ਜਿਹੜੇ ਨੇ 35% ਗਿਰ ਗਏ ਨੇ, ਜੋ ਲੇਟੈਸਟ ਫਿਗਰਸ ਆਈਆਂ ਨੇ। ਤਾਂ ਹੁਣ ਸਰਕਾਰ ਜਿਹੜੀ ਹੈ ਬਾਹਰਲੇ ਕਰਜ਼ਿਆਂ ਵੱਲ ਨੂੰ ਦੇਖਣਾ ਸ਼ੁਰੂ ਹੋ ਗਈ ਹੈ, ਔਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਦੇਖ ਕੇ ਲੱਗਦਾ ਵੀ ਇਹ ਜਿਹੜਾ ਬਜਟ ਹੈ ਇਹ ਹਿੰਦੁਸਤਾਨ ਦੇ ਲੋਕਾਂ ਦੇ ਲਈ ਘੱਟ ਬਣਿਆ, ਕਿਉਂਕਿ ਜਿਸ ਤਰੀਕੇ ਨਾਲ ਸਰਕਾਰ ਨੇ ਵਿੱਤੀ ਘਾਟਾ ਘਟਾਉਣ ਦੀ ਕੋਸ਼ਿਸ਼ ਕੀਤੀ ਹੈ, ਅਨੁਸ਼ਾਸਨ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ, ਵਿੱਤੀ ਅਨੁਸ਼ਾਸਨ ਜਿਹਨੂੰ ਅਸੀਂ ਫਿਸਕਲ ਡਿਸਪਲਿਨ ਕਹਿੰਦੇ ਆ, ਬਾਹਰਲਿਆਂ ਤੋਂ ਕਰਜ਼ੇ ਲੈਣ ਦੇ ਲਈ ਵਿੱਤੀ ਘਾਟਾ ਘਟਾਇਆ, ਲੋਕਾਂ ਦੀ ਮਾਰ ਮਾਰੀ ਹੈ, ਲੋਕਾਂ ਦੇ ਉੱਤੇ ਮਾਰ ਮਾਰੀ ਹੈ। ਕਿਉਂਕਿ ਜਿੱਦਾਂ ਮੈਂ ਦੱਸਿਆ ਵੀ ਫਰਟੀਲਾਈਜ਼ਰ, ਫੂਡ, PM ਕਿਸਾਨ, ਪੈਟਰੋਲ, ਡੀਜ਼ਲ, ਇਹ ਸਾਰੀਆਂ ਚੀਜ਼ਾਂ ਤੇ ਖਰਚੇ ਘਟੇ ਹੈ। ਸਟੇਟਸ ਦੀ ਡੈਵੋਲੂਸ਼ਨ ਘੱਟ ਕੀਤੀ ਹੈ। ਸਰਕਾਰ ਨੇ ਕਿਤੇ ਨਾ ਕਿਤੇ ਬਾਹਰਲੇ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਬਿਲਕੁਲ ਅਨੁਸ਼ਾਸਨ ਰੱਖ ਕੇ ਚੱਲ ਰਹੇ ਹਾਂ, ਸਾਡੇ ਖਰਚੇ ਜਿਹੜੇ ਨੇ ਫਜ਼ੂਲ ਦੇ ਵਿੱਚ ਨਹੀਂ ਹੋ ਰਹੇ ਨੇ। ਸੋ ਮੈਨੂੰ ਏਦਾਂ ਲੱਗਦਾ ਵੀ, ਔਰ ਸਭ ਤੋਂ ਵੱਡੀ ਇਹਦੇ ਚ ਹੋਰ ਵੀ ਚੀਜ਼ ਦੱਸਦਾ ਕਿ ਕੈਪੀਟਲ ਐਕਸਪੈਂਡੀਚਰ ਸਰਕਾਰ ਦਾ ਜਿਹੜਾ ਆਪਣਾ ਪੂੰਜੀਗਤ ਨਿਵੇਸ਼ ਹੈ, ਜਿਹਦੀ ਸਰਕਾਰ ਜਿਹਦੀ ਗੱਲ ਕਰਦੇ ਸੀ ਕਿ ਅਸੀਂ 35% ਕੈਪੀਟਲ ਐਕਸਪੈਂਡੀਚਰ ਵਧਾਤਾ, ਐਤਕੀ ਉਹ 11% ਹੈ ਸਿਰਫ। ਕੈਪੀਟਲ ਐਕਸਪੈਂਡੀਚਰ ਪੂੰਜੀਗਤ ਨਿਵੇਸ਼ ਵੀ ਨਹੀਂ ਕਰ ਰਹੀ। ਜਦੋਂ ਪੂੰਜੀਗਤ ਨਿਵੇਸ਼ ਨਹੀਂ ਕਰ ਰਹੀ, ਜਦੋਂ ਰੇਲਵੇ ਲਾਈਨ ਨਹੀਂ ਵਿਛਣੀ, ਰੋਡਸ ਨਹੀਂ ਬਣਨੀਆਂ, ਪੁਲ ਨਹੀਂ ਬਣਨੇ, ਡੈਮਸ ਨਹੀਂ ਬਣਨੇ, ਤਾਂ ਫਿਰ ਨੌਕਰੀ ਕਿੱਥੋਂ ਪੈਦਾ ਹੋਣੀ ਹੈ? ਪ੍ਰਾਈਵੇਟ ਸੈਕਟਰ ਤਾਂ ਪਹਿਲਾਂ ਹੀ ਨੌਕਰੀ ਨੂੰ ਹੱਥ ਖੜਾ ਕਰਕੇ ਬੈਠਾ ਸੀ। ਦੇਖ ਰਹੇ ਹਾਂ ਫਾਇਰਿੰਗ ਕਿੱਦਾਂ ਹੋ ਰਹੀ ਹੈ, ਸਾਰੀ IT ਸੈਕਟਰ ਫਾਇਰਿੰਗ ਕਰਨ ਤੇ ਲੱਗੀ ਹੈ, ਈ-ਕਮਰਸ ਕੰਪਨੀਆਂ ਜਿਹੜੀਆਂ ਫਾਇਰਿੰਗ ਕਰਨ ਤੇ ਲੱਗੀਆਂ ਹੋਈਆਂ ਨੇ। ਤਾਂ ਫਿਰ ਮੁਲਕ ਜਾ ਕਿੱਧਰ ਨੂੰ ਰਿਹਾ? ਇਹ ਬਜਟ ਜਿਹੜਾ ਹੈ ਆਮ ਲੋਕਾਂ ਵਾਸਤੇ ਘੱਟ, ਬਾਹਰਲਿਆਂ ਨੂੰ ਦਿਖਾਉਣ ਵਾਸਤੇ ਜ਼ਿਆਦਾ ਹੈ ਕਿ ਅਸੀਂ ਵਿੱਤੀ ਅਨੁਸ਼ਾਸਨ ਦੇ ਵਿੱਚ ਚੱਲ ਰਹੇ ਹਾਂ। ਉਸ ਵਿੱਤੀ, ਕਿਉਂਕਿ ਹੁਣ ਸਰਕਾਰ ਨੂੰ ਪੈਸਾ ਸਿਰਫ ਬਾਹਰਲੇ ਦੇ ਸਕਦੇ ਹਾਂ, ਅੰਦਰੋਂ ਜੋ ਸਰੋਤ ਸੀਗੇ ਉਹ ਸੁੱਕ ਚੁੱਕੇ ਨੇ। ਲਿਕੁਇਡਿਟੀ ਜਿਹੜੀ ਹੈ ਇਟ ਹੈਜ਼ ਡਰਾਈਡ ਅਪ ਇਨ ਇੰਡੀਆ। ਬੈਂਕਾਂ ਦੇ ਵਿੱਚੋਂ ਜਿੰਨੀ ਲਿਕੁਇਡਿਟੀ ਮਿਲਣੀ ਸੀ, ਪੈਸਾ ਮਿਲਣਾ ਸੀ, ਉਹ ਡਰਾਈ ਅਪ ਹੋ ਚੁੱਕਾ। ਸੋ ਇਹ ਬਜਟ ਜਿਹੜਾ ਹੈ ਲੋਕਾਂ ਦੀ, ਜਿਹੜੀ ਸੂਬਾ ਸਰਕਾਰਾਂ ਦੀ, ਕਿਸਾਨਾਂ ਦੀ, ਸਭ ਦੀ ਮਾਰ ਕੇ ਸਭ ਨੂੰ ਬਾਹਰੋਂ ਦੀ ਪੈਸਾ ਲੈਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਨੂੰ ਬਾਹਰੋਂ ਦੀ ਪੈਸਾ ਮਿਲ ਜਾਏ। ਰਾਜੀਵ ਜੀ ਦੇਖੋ, ਵੱਡੇ ਵੱਡੇ ਪੁਲ ਬਣ ਰਹੇ ਨੇ, ਵੱਡੀਆਂ ਵੱਡੀਆਂ ਸੜਕਾਂ ਬਣ ਰਹੀਆਂ ਨੇ, ਔਰ ਸੋਚਦੇ ਰਹੇ ਕਿ ਉੱਥੇ ਰੋਜ਼ਗਾਰ ਪੈਦਾ ਹੋ ਸਕਦਾ, ਪਰ ਰੋਜ਼ਗਾਰ ਤੇ ਸਾਰਾ ਮਸ਼ੀਨਸ ਨੇ ਲੈ ਲਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਲੈ ਲਿਆ। ਔਰ ਸਾਨੂੰ ਹਮੇਸ਼ਾ ਲੇਬਰ ਇੰਟੈਂਸਿਵ ਟੈਕਨੀਕ ਹੀ ਚਾਹੀਦੀ ਸੀ, ਕਿਉਂਕਿ ਸਾਡੇ ਕੋਲ ਮੈਨ ਪਾਵਰ ਬਹੁਤ ਹੈ, ਪਾਪੂਲੇਸ਼ਨ ਬਹੁਤ ਜ਼ਿਆਦਾ ਹੈ। ਇਸ ਕਰਕੇ ਸਾਨੂੰ ਕੈਪੀਟਲ ਇੰਟੈਂਸਿਵ ਦੀ ਥਾਂ ਦੇ ਉੱਤੇ ਲੇਬਰ ਇੰਟੈਂਸਿਵ ਚਾਹੀਦੀ ਹੈ। ਹਾਂ, ਬਾਰਿੰਗ ਸਮ ਸੈਕਟਰਸ ਕਿ ਉੱਥੇ ਸਾਨੂੰ ਕੈਪੀਟਲ ਇੰਟੈਂਸਿਵ ਹੀ ਚਾਹੀਦੀ ਹੈ, ਪਰ ਜ਼ਿਆਦਾਤਰ ਲੇਬਰ ਚਾਹੀਦੀ ਹੈ ਸਾਨੂੰ, ਔਰ ਲੋਕਾਂ ਨੂੰ ਰੋਜ਼ਗਾਰ ਚਾਹੀਦਾ। ਪਰ ਜਿੱਥੇ ਮਸ਼ੀਨਰੀ ਇਸਤੇਮਾਲ ਹੋਏਗੀ ਉੱਥੇ ਰੋਜ਼ਗਾਰ ਕਿੱਥੇ ਹੋਏਗਾ? ਉਹ ਤਾਂ ਸਾਰੀ ਰੋਜ਼ਗਾਰ ਨੂੰ ਮਸ਼ੀਨਰੀ ਨੇ ਖਾ ਲਿਆ। ਸੋ ਲੋਕ ਬੇਰੁਜ਼ਗਾਰ ਰਹਿ ਗਏ, ਔਰ ਕਈ ਲੋਕ ਗਰੀਬੀ ਰੇਖਾ ਤੋਂ ਥੱਲੇ ਆ ਗਏ ਜੋ ਮੁਫਤ ਦੇ ਰਾਸ਼ਨ ਤੇ ਬੈਠੇ ਨੇ। ਸੋ ਇਹ ਟੋਟਲ ਆਰਟੀਫਿਸ਼ੀਅਲ ਇੰਟੈਲੀਜੈਂਸ ਕਹਿੰਦੇ ਨੇ 2024 ਦੇ ਵਿੱਚ ਹੋਰ ਟੇਕ ਓਵਰ ਕਰ ਜਾਏਗੀ, ਹੋਰ ਜੌਬਸ ਜਾਣਗੀਆਂ, ਫਿਰ ਤੇ ਪੂਰੀ ਇੱਕ ਨਵੀਂ ਪਾਪੂਲੇਸ਼ਨ ਖੜੀ ਹੋ ਜਾਏਗੀ ਬੇਰੁਜ਼ਗਾਰਾਂ ਦੀ, ਔਰ ਉਹਦੇ ਵਿੱਚ ਅੰਡਰ ਇੰਪਲੋਇਡ ਵੀ ਨੇ, ਠੀਕ ਹੈ ਨਾ। ਉਹਦੇ ਵਿੱਚ ਇੰਨੀ ਜ਼ਿਆਦਾ ਜਿਹਨੂੰ ਕਹਿੰਦੇ ਆ ਨਾ ਕਿ ਅਸੰਤੁਸ਼ਟੀ ਹੈ ਕਿ ਇੱਕ ਤਰ੍ਹਾਂ ਦੇ ਨਾਲ ਸਾਰੇ ਦੇ ਦਿਲਾਂ ਦੇ ਅੰਦਰ ਨਾ ਇੱਕ ਵੋਲਕੈਨੋ ਬਣਿਆ ਹੋਇਆ, ਔਰ ਉਹ ਵੋਲਕੈਨੋ ਕਿਸ ਵਕਤ ਭੜਕ ਜਾਵੇ ਕੁਝ ਨਹੀਂ ਕਹਿ ਸਕਦੇ। ਮਤਲਬ ਇਹ ਸਥਿਤੀ ਇਦਾਂ ਦੀ ਕਿੱਦਾਂ ਬਣ ਗਈ ਰਾਜੀਵ ਜੀ? ਮੈਂ ਤੁਹਾਨੂੰ ਨਾ ਇੱਕ ਛੋਟੀ ਜਿਹੀ ਤੁਹਾਡੀ ਗੱਲਾਂ ਦੇ ਵਿੱਚੋਂ ਦੀ ਮੈਨੂੰ ਇੱਕ ਧਿਆਨ ਆਈ ਚੀਜ਼। ਦੇਖੋ, ਆਪਾਂ ਕਹਿ ਰਹੇ ਹਾਂ ਵੀ ਮਸ਼ੀਨਾਂ ਲੱਗੀਆਂ ਹੋਈਆਂ ਨੇ, ਪੁਲ ਬਣ ਰਹੇ ਹੈਗੇ ਨੇ। ਇਹ ਉਦੋਂ ਲੱਗੀਆਂ, ਉਦੋਂ ਇਹ ਪੁਲ ਬਣ ਰਹੇ ਨੇ ਜਦੋਂ 35% ਕੈਪੀਟਲ ਐਕਸਪੈਂਡੀਚਰ ਸਰਕਾਰ ਕਰ ਰਹੀ ਸੀਗੀ, ਰਾਈਟ। ਲੇਕਿਨ ਦੂਸਰੇ ਹੱਥ ਤੇ ਉਹ 35% ਹੋਣ ਦੇ ਬਾਵਜੂਦ ਇੰਨੀ ਬੇਰੁਜ਼ਗਾਰੀ ਹੈ। ਮਸ਼ੀਨਾਂ ਲੱਗੀਆਂ ਨੇ ਲੇਕਿਨ ਬੇਰੁਜ਼ਗਾਰੀ ਕਿਤੇ ਵੱਧ ਹੈ। ਹੁਣ ਤਾਂ ਪੂੰਜੀਗਤ ਨਿਵੇਸ਼ ਹੀ ਘਟ ਜਾਣਾ। ਹੁਣ ਤਾਂ ਜਿਹੜੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀ ਉਹ ਵੀ ਉੱਠ ਜਾਣਗੀਆਂ। ਜੋ ਕੁਝ ਚੱਲ ਰਿਹਾ ਸੀ, ਸਰਕਾਰ ਦੇ 4 ਇੰਜਨ ਨੇ। ਇੱਕ ਜਿਹੜਾ ਤੁਸੀਂ ਔਰ ਮੈਂ ਖਰਚਾ ਕਰਦੇ ਹਾਂ, ਜਿਹਨੂੰ ਅਸੀਂ ਕੰਜ਼ੰਪਸ਼ਨ ਐਕਸਪੈਂਡੀਚਰ ਕਹਿੰਦੇ ਹਾਂ, ਉਹ ਆਲਰੇਡੀ ਘਟ ਚੁੱਕਾ। ਪਿੰਡਾਂ ਦੇ ਵਿੱਚ ਡਿਸਟ੍ਰੈਸ ਨਜ਼ਰ ਆ ਰਿਹਾ, ਕੰਪਨੀਆਂ ਜਿਹੜੀਆਂ ਨੇ ਰੌਲਾ ਪਾ ਰਹੀਆਂ, ਜਿਹੜੀਆਂ ਛੋਟੇ ਮੋਟੇ ਖਾਣੇ ਵਾਲੀਆਂ ਚੀਜ਼ਾਂ ਬਣਾਉਂਦੀਆਂ ਨੇ, ਇਹ ਰੌਲਾ ਪਾ ਰਹੀਆਂ ਨੇ ਕਿ ਸਾਨੂੰ ਮੁਨਾਫੇ ਨਹੀਂ ਹੋ ਰਹੇ। ਪਹਿਲੀ ਗੱਲ।
ਸਰਕਾਰ ਦਾ ਇੰਜਨ ਚੱਲ ਰਿਹਾ ਸੀ, ਉਹਦੀ ਕੈਪੀਟਲ ਐਕਸਪੈਂਡੀਚਰ ਘਟਾਤਾ। ਤੀਸਰਾ ਇੰਜਨ ਹੈਗਾ ਜਿਹੜਾ ਇਕਨੋਮੀ ਨੂੰ ਡਰਾਈਵ ਕਰਦਾ, ਉਹ ਹੈਗਾ ਜੀ ਐਕਸਪੋਰਟ ਮੈਂ ਤੁਹਾਨੂੰ ਆਪਣੀ ਸ਼ੁਰੂਆਤੀ ਦੌਰ ਦੇ ਵਿੱਚ ਦੱਸਤਾ ਵੀ ਸਾਡੇ ਐਕਸਪੋਰਟਸ ਦੇ ਵਿੱਚੋਂ ਦੀ ਸਾਨੂੰ ਝਟਕੇ ਲੱਗੇ ਹੋਏ ਆ, ਔਰ ਵਰਲਡ ਦੇ ਵਿੱਚ ਜਦੋਂ ਮੰਦੀ ਆਉਣ ਲੱਗੀ ਹੈ ਤਾਂ ਅਸੀਂ ਐਕਸਪੋਰਟ ਵੱਧ ਜੇ, ਇਹ ਹੋ ਨਹੀਂ ਸਕਦਾ, ਇਹ ਅਸੀਂ ਐਕਸਪੈਕਟ ਨਹੀਂ ਕਰ ਸਕਦੇ। ਔਰ ਚੌਥੀ ਚੀਜ਼ ਹੈਗੀ ਹੈ ਪ੍ਰਾਈਵੇਟ ਖੇਤਰ ਦਾ ਜਿਹੜੀ ਇਨਵੈਸਟਮੈਂਟ ਹੈ, ਜਿਹਦੇ ਬਾਰੇ ਸਰਕਾਰ ਹੁਣ ਸੋਚ ਰਹੀ ਹੈ ਵੀ ਅਸੀਂ, ਸਾਡੇ ਤਾਂ ਹੱਥ ਖੜੇ ਹੈ, ਪ੍ਰਾਈਵੇਟ ਖੇਤਰ ਜੇ ਆ ਕੇ ਇਨਵੈਸਟ ਕਰ ਸਕਦਾ, ਨਿਵੇਸ਼ ਕਰ ਸਕਦਾ, ਨੌਕਰੀਆਂ ਦੇ ਸਕਦਾ ਤਾਂ ਉਹ ਆ ਜਾਣ। ਤਾਂ ਸਰਕਾਰ ਨੇ ਤਾਂ ਸਾਰਾ ਕੁਝ ਹੁਣ ਪ੍ਰਾਈਵੇਟ ਹੱਥਾਂ ਦੇ ਵਿੱਚ ਛੱਡਤਾ। ਡਿਸਇਨਵੈਸਟਮੈਂਟ ਜਾਂ ਪ੍ਰਾਈਵੇਟਾਈਜੇਸ਼ਨ ਅਗਲੇ ਜਿਹੜਾ ਬਜਟ ਆਏਗਾ ਉਹਦੇ ਚ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ, ਵਿਦ ਮੋਰ ਟੈਕਸਿਸ, ਜ਼ਿਆਦਾ ਟੈਕਸ ਲੋਕਾਂ ਦੇ ਉੱਤੇ ਲਾ ਕੇ, ਘੱਟ ਜਨਤਕ ਨਿਵੇਸ਼ ਕਰਕੇ ਸਰਕਾਰ ਜਿਹੜੀ ਹੈ ਹੋਰ ਕਰਜ਼ੇ ਲੈ ਕੇ ਅਗਲਾ ਬਜਟ ਬਣਾਏਗੀ। ਰਾਜੀਵ ਜੀ, ਅਗਲਾ ਬਜਟ ਬਣਾਏਗੀ, ਹੋਰ ਕਰਜ਼ੇ ਲੈ ਕੇ ਬਣਾਏਗੀ, ਕਿਉਂਕਿ ਕਰਜ਼ੇ ਸਾਡੇ ਸਿਰ ਦੇ ਉੱਤੇ ਚੜ੍ਹੀ ਜਾਣਗੇ। ਔਰ ਪ੍ਰਾਈਵੇਟਾਈਜੇਸ਼ਨ ਦੀ ਜਿੱਥੋਂ ਤੱਕ ਗੱਲ ਹੈ, ਪ੍ਰਾਈਵੇਟਾਈਜੇਸ਼ਨ ਉਦੋਂ ਚੰਗੀ ਹੁੰਦੀ ਹੈ ਜਦੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਪੀਟੀਸ਼ਨ ਹੋਵੇ। ਪ੍ਰਾਈਵੇਟ ਸੈਕਟਰ ਦੇ ਵਿੱਚ ਤੇ ਤੁਸੀਂ ਕੰਪੀਟੀਸ਼ਨ ਰਹਿਣ ਨਹੀਂ ਦਿੱਤਾ, ਕਿਉਂਕਿ ਕੁਝ ਇੱਕ ਗਿਣੇ ਚੁਣੇ ਉਦਯੋਗਪਤੀ ਨੇ ਜਿਨ੍ਹਾਂ ਦੇ ਹੱਥ 'ਚ ਸਾਰਾ ਕੁਝ ਸੌਂਪਿਆ ਜਾ ਰਿਹਾ। ਸੋ ਕੰਪੀਟੀਸ਼ਨ ਨਹੀਂ ਹੈ ਤੇ ਉਸ ਤੋਂ ਬਾਅਦ ਫਿਰ ਕੈਪੀਟਲਿਸਟ ਜਿਹੜੀ ਫਾਰਮੇਸ਼ਨ ਹੋ ਜਾਏਗੀ, ਔਰ ਜੋ ਕੈਪੀਟਲਿਸਟ ਨੇ ਔਰ ਬਹੁਤ ਵੱਡੀ ਜਮਾਤ ਕੈਪੀਟਲਿਸਟ ਹੋ ਜਾਏਗੀ, ਉਹ ਕਿਸੇ ਵੀ ਦੇਸ਼ ਦੀ ਇਕੋਨਮੀ ਦੇ ਵਾਸਤੇ ਠੀਕ ਨਹੀਂ, ਕਿਉਂਕਿ ਫਿਰ ਗਵਰਨਮੈਂਟ ਉਹ ਕੈਪੀਟਲਿਸਟ ਚਲਾਉਂਦੇ ਨੇ, ਗਵਰਨਮੈਂਟ ਸਰਕਾਰ ਨਹੀਂ ਚਲਾਉਂਦੀ। ਔਰ ਲੋਕਾਂ ਨੂੰ ਕਿੱਦਾਂ ਚਲਾਉਣਾ ਹੈ, ਉਹ ਕੈਪੀਟਲਿਸਟ ਦਾ ਜਿਹੜਾ ਬਿਜ਼ਨਸ ਇੰਟਰਸਟ ਆ ਉਹ ਤੈਅ ਕਰਦਾ ਹੈ ਕਿ ਲੋਕਾਂ ਨੇ ਕਿੱਧਰ ਜਾਣਾ ਤੇ ਕਿੱਧਰ ਨਹੀਂ ਜਾਣਾ, ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਪੀਟੀਸ਼ਨ ਨਹੀਂ ਹੈ। ਕੁਝ ਗਿਣੇ ਚੁਣੇ ਉਦਯੋਗਪਤੀ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਸਭ ਕੁਝ ਜਾ ਰਿਹਾ। ਸੋ ਇਹ ਵੀ ਇਕੋਨੋਮਿਸਟ ਆਪਣੀ ਰਾਏ ਦਿੰਦੇ ਨੇ, ਦਲੀਲ ਦਿੰਦੇ ਨੇ। ਹੁਣ ਸਮ ਅਪ ਕਰੀਏ, ਅਸੀਂ ਭਾਰਤ ਦੀ ਇਕੋਨਮੀ ਨੂੰ ਕਿੱਦਾਂ ਦੇਖੀਏ ਕਿ ਅਸੀਂ ਦਿਵਾਲੀਆਪਨ ਦੇ ਵੱਲ ਵੱਧ ਰਹੇ ਹਾਂ, ਬੈਂਕਰਪਸੀ ਵੱਲ ਵੱਧ ਰਹੇ ਹਾਂ, ਜਿੱਦਾਂ ਸਾਡੇ ਆਂਢ ਗੁਆਂਢ ਦੇ ਦੇਸ਼ਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਕੁਝ ਪਾਕਿਸਤਾਨ ਦੇ ਵਿੱਚ, ਕੁਝ ਸ਼੍ਰੀਲੰਕਾ ਦੇ ਵਿੱਚ, ਜਾਂ ਇੱਦਾਂ ਦੇ ਹੋਰ ਕਈ ਦੁਨੀਆ ਦੀਆਂ ਉਦਾਹਰਨਾਂ ਨੇ ਸਾਡੇ ਸਾਹਮਣੇ। ਅਸੀਂ ਦਿਵਾਲੀਏਪਨ ਵੱਲ ਵੱਧਦੇ ਪਏ ਹਾਂ। ਔਰ ਬਜਟ ਦੇ ਵਿੱਚ ਆંકੜੇ, ਇਹ ਸਾਰੇ ਇਕੋਨੋਮਿਸਟ ਕਹਿੰਦੇ ਨੇ ਇਹ ਮੈਨੀਪੂਲੇਸ਼ਨ ਹੈ, ਐਗਜ਼ੈਕਟ ਰਿਐਲਿਟੀ ਨਹੀਂ ਹੈ, ਦਿਖਾਇਆ ਕੁਝ ਹੋਰ ਜਾ ਰਿਹਾ ਜਨਤਾ ਨੂੰ, ਅਸਲ ਵਿੱਚ ਸੱਚਾਈ ਕੁਝ ਹੋਰ ਹੈ ਜੋ ਗਵਰਨਮੈਂਟ ਛੁਪਾ ਰਹੀ ਹੈ, ਕਿਉਂਕਿ ਹੇਰ ਫੇਰ ਹੈ ਅੰਕੜਿਆਂ ਦੇ ਵਿੱਚ, ਫੇਰ ਬਦਲ ਹੈ, ਮੈਨੀਪੂਲੇਸ਼ਨ ਅੰਕੜਿਆਂ ਦੇ ਵਿੱਚ, ਇਹ ਵੀ ਇਕੋਨੋਮਿਸਟ ਕਹਿ ਰਹੇ ਨੇ। ਸੋ ਤੁਹਾਡਾ ਵਿਸ਼ਲੇਸ਼ਣ ਕੀ ਹੈ ਕਿ ਦਿਵਾਲੀਆਪਨ ਦੇ ਵੱਲ ਵੱਧਦੇ ਪਏ ਆ? ਬਜਟ ਭਾਵੇਂ ਇਹ ਇੰਟੈਰਿਮ ਬਜਟ ਹੈ, ਭਾਵੇਂ ਫਾਈਨਲ ਬਜਟ ਹਜੇ ਆਉਣਾ ਹੈ 2024 ਦਾ, ਪਰ ਅੰਦਰਲੀ ਸਥਿਤੀ ਕੀ ਹੈ ਕਿ ਅਸੀਂ ਦਿਵਾਲੀਆਪਨ ਵੱਲ ਵੱਧਦੇ ਪਏ ਹਾਂ? ਰਾਜੀਵ ਜੀ, ਇੰਟਰਿਮ ਬਜਟ ਨੇ ਸਾਨੂੰ ਫੁੱਲ ਬਜਟ ਦੀ, ਜਿਹੜਾ ਆਉਣ ਵਾਲਾ ਬਜਟ ਹੈ, ਉਹਦੀ ਤਸਵੀਰ ਜਿਹੜੀ ਹੈ ਦਿਖਾਤੀ ਹੈ ਕਿ ਸਰਕਾਰ ਜਿਹੜੀ ਹੈ ਆਪ ਨਿਵੇਸ਼ ਘਟਾਉਣ ਲੱਗੀ ਹੈ, ਆਪਣਾ ਕੈਪੀਟਲ ਐਕਸਪੈਂਡੀਚਰ ਘਟਾਉਣ ਲੱਗੀ ਹੈ, ਜਿਸ ਦਾ ਅਰਥ ਹੈ ਕਿ ਲੋਕਾਂ ਦੇ ਲਈ ਬੇਰੁਜ਼ਗਾਰੀ ਵਧੀ ਰਹੇਗੀ, ਲੋਕਾਂ ਨੂੰ ਤਨਖਾਹਾਂ ਜਿਹੜੀਆਂ ਨੇ, ਨੌਕਰੀਆਂ ਜਿਹੜੀਆਂ ਨੇ ਉਹ ਨਹੀਂ ਮਿਲਣੀਆਂ, ਪੈਦਾਵਾਰ ਕਿਤੇ ਨਾ ਕਿਤੇ ਘਟੇਗੀ। ਜੇ ਅਸੀਂ ਥੋੜਾ ਜਿਹਾ ਹੋਰ ਇਹਦੇ ਵਿੱਚ ਡੀਪ ਜਾਂਦੇ ਹਾਂ ਤਾਂ ਜੀਡੀਪੀ ਜਿਹੜੀ ਹੈ ਉਹ ਵੀ ਘਟੇਗੀ, ਜਿਹਦੇ ਬਾਰੇ ਬਜਟ ਬੜਾ ਕਲੀਅਰਲੀ ਦੱਸ ਰਿਹਾ ਕਿ 10.5% ਦੀ ਗਰੋਥ ਰਹਿ ਜਾਏਗੀ ਜੀਡੀਪੀ ਦੀ ਨੋਮੀਨਲ ਫਿਗਰਸ ਦੇ ਵਿੱਚ। ਨੋਮੀਨਲ ਦਾ ਮਤਲਬ ਜਿਹਦੇ ਵਿੱਚ ਇਨਫਲੇਸ਼ਨ ਵੀ ਹੋਏਗੀ। ਜੇ ਇਨਫਲੇਸ਼ਨ ਕੱਢ ਦਈਏ ਉਹਦੇ ਚੋਂ 5.5% ਦੀ, ਤਾਂ ਜੀਡੀਪੀ ਦੀ ਗਰੋਥ 5 ਤੋਂ 6% ਦੇ ਵਿੱਚ ਆ ਜਾਏਗੀ ਹਿੰਦੁਸਤਾਨ ਦੀ, ਜਿਹਦਾ ਮਤਲਬ ਹੈ ਨੌਕਰੀਆਂ ਨਹੀਂ ਮਿਲਣੀਆਂ, ਚੀਜ਼ਾਂ ਦੇ ਰੇਟ ਜਿਹੜੇ ਆ ਵੱਧ ਜਾਣਗੇ, ਬੇਰੁਜ਼ਗਾਰੀ ਵਧੀ ਰਹੇਗੀ, ਔਰ ਸਰਕਾਰ ਆਪਣਾ ਖਰਚਾ ਜਿਹੜਾ ਹੈ ਉਹ ਕਰਜ਼ੇ ਲੈ ਕੇ ਚਲਾਏਗੀ, ਜਿਹਦਾ ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਨੇ ਸਾਡੀਆਂ ਉਹ ਕਰਜ਼ੇ ਜਿਹੜੀਆਂ ਨੇ ਭੁਗਤਣਗੀਆਂ। ਅਸੀਂ ਇੱਕ ਡੈਟ ਟ੍ਰੈਪ ਦੇ ਵਿੱਚ ਫਸਣ ਜਾ ਰਹੇ ਹਾਂ। ਇਹ ਬੜੀ ਸਿੱਧੀ ਤਸਵੀਰ ਇਸ ਬਜਟ ਨੇ ਦਿਖਾਤੀ। ਮਤਲਬ ਦਿਵਾਲੀਆਪਨ, ਜੇ ਮੈਂ ਸ਼ਬਦ ਯੂਜ਼ ਕਰਾਂ ਤੇ ਗਲਤ ਤਾਂ ਨਹੀਂ ਹੋਏਗਾ? ਬੈਂਕਰਪਸੀ, ਰਾਜੀਵ ਜੀ? ਇਮੀਡੀਏਟਲੀ ਬੈਂਕਰਪਸੀ ਨਹੀਂ ਹੋਏਗੀ। ਮੈਂ ਕਿਹਾ ਵੀ 1 ਰੁਪਈਏ ਪਿੱਛੇ 40 ਪੈਸੇ ਜਿਹੜੇ ਆ ਜਾਂਦੇ ਆ। ਸਾਡਾ ਫੋਰਨ ਐਕਸਚੇਂਜ ਹਜੇ ਹੈਗੀ ਹੈ, ਬੈਂਕਰਪਸੀ ਸਾਡੇ ਸਾਹਮਣੇ ਨਹੀਂ ਹੈ, ਲੇਕਿਨ ਅਸੀਂ ਉਸ ਦਲਦਲ ਦੇ ਵਿੱਚ ਫਸ ਰਹੇ, ਅੱਜ ਨਹੀਂ ਤਾਂ ਕੱਲ ਬੈਂਕਰਪਸੀ ਜ਼ਰੂਰ ਹੋਏਗੀ। ਇੱਕ ਬਰੀਫ ਕਮੈਂਟ, ਕਈ ਵਾਰ ਕਹਿੰਦੇ ਨੇ ਇਨਫਲੇਸ਼ਨ ਇਜ਼ ਗੁੱਡ, ਮਹਿੰਗਾਈ ਵਧੀਆ ਹੁੰਦੀ ਹੈ ਗਰੋਥ ਦੇ ਵਾਸਤੇ ਜੀਡੀਪੀ ਦੀ, ਇਜ਼ ਇਟ ਰਾਈਟ? ਦੇਖੋ, ਇਨਫਲੇਸ਼ਨ ਉਹ ਵਧੀਆ ਹੁੰਦੀ ਹੈ ਜਿਹੜੀ ਡਿਮਾਂਡ ਤੋਂ ਆਈ ਹੋਵੇ। ਜਦੋਂ ਲੋਕਾਂ ਦੇ ਕੋਲ ਪੈਸਾ ਹੈ ਉਹਦੇ ਕਰਕੇ ਜਿਹੜੀ ਇਨਫਲੇਸ਼ਨ ਆਈ ਹੋਵੇ ਉਹ ਵਧੀਆ ਹੁੰਦੀ ਹੈ। ਜੇ ਸਪਲਾਈ ਸਾਈਡ ਦੇ ਕੰਸਟ੍ਰੇਂਟਸ ਚੋਂ ਇਨਫਲੇਸ਼ਨ ਆਈ ਹੋਵੇ, ਨਾ ਤਾਂ ਲੋਕਾਂ ਕੋਲ ਪੈਸਾ ਹੈ ਔਰ ਉੱਤੋਂ ਦੀ ਜੋ ਹੈ ਤੁਸੀਂ ਉਹ ਵੀ ਲੈਣ ਤੇ ਆ ਗਏ ਕਿਉਂਕਿ ਤੁਸੀਂ ਪੈਦਾਵਾਰ ਹੀ ਘਟਾਤੀ ਹੈ, ਉਹ ਇਨਫਲੇਸ਼ਨ ਮਾੜੀ ਹੈ। ਔਰ ਇਹ ਡਿਮਾਂਡ ਸਾਈਡ ਦੀ ਨਹੀਂ, ਸਪਲਾਈ ਸਾਈਡ ਦੀ ਇਨਫਲੇਸ਼ਨ ਆ ਰਹੀ ਹੈ। ਓਕੇ, ਮਤਲਬ ਜਦੋਂ ਕਿਸੇ ਮੁਲਕ ਦੇ ਵਿੱਚ ਸੋਨਾ ਲੱਭਣ ਤੋਂ ਬਾਅਦ ਕੀਮਤਾਂ ਵੱਧ ਗਈਆਂ, ਇਹਦਾ ਮਤਲਬ ਇਟ ਇਜ਼ ਗੁੱਡ ਕਿਉਂਕਿ ਲੋਕਾਂ ਕੋਲ ਪੈਸਾ ਹੈ, ਸੋਨਾ ਹੈ। ਸੋ ਸਾਨੂੰ ਹਜੇ ਸੋਨਾ ਨਹੀਂ ਲੱਭਾ, ਹਾਲਾਂਕਿ ਸਾਡਾ ਭਾਰਤ ਸੋਨੇ ਦੀ ਚਿੜੀਆ ਰਹਿ ਚੁੱਕਾ ਹੈ।
ਥੈਂਕ ਯੂ ਸੋ ਮਚ, ਤੁਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਹਜੇ ਹੋਰ ਡਿਵੈਲਪਮੈਂਟਸ ਹੋਣੀਆਂ ਨੇ, ਨਵੇਂ ਵਿਸ਼ੇ ਆਉਣੇ ਨੇ, ਇਕਨੋਮੀ ਨੂੰ ਲੈ ਕੇ ਹਜੇ ਬਜਟਸ ਆਉਣੇ ਨੇ। ਆਪਾਂ ਗੱਲਬਾਤ ਕਰਦੇ ਰਵਾਂਗੇ। ਰਾਜੀਵ ਜੀ, ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਟਾਕ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।